ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਸ਼੍ਰੀ ਵਾਹਿਗੁਰੂ ਜੀ। ਤੂੰ मेरो ਮੇਰ ਪਰਬਤ ਸੁਆਮੀ, ਓਟ ਗਹੀ ਮੈਂ ਤੇਰੀ। ਨਾ ਤੁਮ ਡੋਲਾ ਹੋ ਨਾ ਹਮ ਗਿਰਤੇ, ਰੱਖ ਲੀਨੀ ਹਰ ਮੇਰੀ। ਵਾਹਿਗੁਰੂ ਜੀ। ਵਾਰ ਪੰਜਵੀਂ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਗੁਰਮੁਖ ਹੋਵੈ ਸਾਧ ਸੰਗ, ਹੋਰਤ ਸੰਗ ਕੋ ਸੰਗ ਨਾ ਰਚੈ। ਗੁਰਮੁਖ ਪੰਥ ਸੁਹੇਲੜਾ, ਬਾਰਹ ਪੰਥ ਨਾ ਖੇਚਲ ਖਚੈ। ਗੁਰਮੁਖ ਵਰਨ ਅਵਰਨ ਹੋਏ, ਰੰਗ ਸੁਰੰਗ ਤੰਬੋਲ ਪਰਚੈ। ਗੁਰਮੁਖ ਦਰਸ਼ਨ ਦੇਖਣਾ, ਛੇ ਦਰਸ਼ਨ ਪਰਸਣ ਨਾਸ ਰਚੈ। ਗੁਰਮੁਖ ਨਿਹਚਲ ਮਤ ਹੈ, ਦੂਜੈ ਭਾਏ ਲੁਭਾਏ ਨਾ ਪਚੈ। ਗੁਰਮੁਖ ਸ਼ਬਦ ਕਮਾਵਣਾ, ਪੈਰੀ ਪੈ ਰਹਿ ਰਾਸ ਨਾ ਹਚੈ। ਗੁਰਮੁਖ ਪਾਏ ਭਗਤ ਚਹ ਮਚੈ। ਗੁਰਮੁਖ ਪਾਏ ਭਗਤ ਚਹ ਮਚੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਵਾਜ ਸ਼ਹਿਨਸ਼ਾਹ, ਚਵਰ ਛਤਰ ਤਖਤ ਦੇ ਮਾਲਕ ਹਜ਼ੂਰ ਦਾਤਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਰਹਿਮਤ ਬਖਸ਼ਿਸ਼ ਕਿਰਪਾ ਦੇ ਸਦਕਾ ਜੋ ਭਾਈ ਗੁਰਦਾਸ ਜੀ ਦੀ ਇਸ ਪਾਵਨ ਰਚਨਾ ਦੀ ਲੜੀਵਾਰ ਵਿਚਾਰ ਪ੍ਰਾਰੰਭ ਹੋਈ, ਗੁਰੂ ਰਹਿਮਤ ਦੇ ਸਦਕਾ 4 ਵਾਰਾਂ ਸਰਵਣ ਕੀਤੀਆਂ। 5ਵੀਂ ਵਾਰ ਦੀ ਪਹਿਲੀ ਪੌੜੀ ਪਾਠ ਰੂਪ ਅੰਦਰ ਆਪਾਂ ਸਰਵਣ ਕੀਤੀ ਹੈ। ਸੋ ਆਓ ਵਿਚਾਰ ਦੀ ਪ੍ਰਾਰੰਭਤਾ ਕਰੀਏ। ਜਿਤਨੇ ਮਾਲਕ ਗੁਰੂ ਸਤਿਗੁਰੂ ਦੀ ਇਸ ਪਾਵਨ ਬਖਸ਼ਿਸ਼ ਦੇ ਪਾਤਰ ਬਣ ਰਹੇ ਹਾਂ, ਅਰਦਾਸ ਕਰੋ ਮਾਲਕ ਜੀ ਸੋਝੀ ਸਮਰੱਥਾ ਇਕਾਗਰਤਾ ਪ੍ਰੇਮ ਭਾਵਨਾ ਦੀ ਦਾਤ ਬਖਸ਼ ਕੇ ਇਸ ਮਹਾਨ ਕਾਰਜ ਨੂੰ ਆਪ ਕਰਵਾਇਓ। ਸੋ ਜਿਤਨੇ ਸਰਵਣ ਕਰ ਰਹੇ ਹੋ, ਆਓ ਪਿਆਰ ਸਹਿਤ ਉਚਾਰਨ ਕਰੋ ਔਰ ਆਖੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਵਾਰ ਪੰਜਵੀਂ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਸੋ 5ਵੀਂ ਪਾਵਨ ਵਾਰ ਦੀ ਪ੍ਰਾਰੰਭਤਾ ਕਰਦਿਆਂ ਭਾਈ ਸਾਹਿਬ ਭਾਈ ਗੁਰਦਾਸ ਜੀ ਅਕਾਲ ਪੁਰਖ ਪਰਮੇਸ਼ਰ ਦਾ ਵਸਤੂ ਨਿਰਦੇਸ਼ਕ ਮੰਗਲ ਕਰਦੇ। ਇੱਕ ਓੰਕਾਰ ਸਤਿਗੁਰ ਪ੍ਰਸਾਦ, ਉਹ ਕਰਤਾ ਅਕਾਲ ਪੁਰਖ ਪਰਮੇਸ਼ਰ ਇੱਕ ਹੈ। ਉਹ ਸਾਰੇ ਰੂਪਾਂ ਰੇਖਾਂ ਰੰਗਾਂ ਚੱਕਰਾਂ ਚਿੰਨ੍ਹਾਂ ਭੇਦਾਂ ਵਰਨਾਂ ਤੋਂ ਪਰੇ ਹੈ। ਉਹ ਪੂਰੇ ਗੁਰੂ ਦੀ ਕਿਰਪਾ ਬਖਸ਼ਿਸ਼ ਰਹਿਮਤ ਦੇ ਸਦਕਾ ਉਹ ਪ੍ਰਾਪਤ ਹੁੰਦਾ ਹੈ। ਅੱਜ ਦੀਆਂ ਇਹਨਾਂ ਪਾਵਨ ਮੁੱਢਲੀਆਂ ਪੌੜੀਆਂ ਦੇ ਵਿੱਚ ਭਾਈ ਸਾਹਿਬ ਜੀ ਗੁਰਮੁਖਾਂ ਦੇ ਲੱਛਣ ਜਿਹੜੇ ਨੇ ਉਹ ਵਰਣਨ ਕਰਨਗੇ। ਜਿਵੇਂ ਪਿਛਲੀ ਪਾਵਨ ਚੌਥੀ ਵਾਰ ਦੇ ਅੰਦਰ ਨਿਮਰਤਾ ਧਾਰਨ ਕਰਨ ਦੇ ਵੱਖ-ਵੱਖ ਸਿਧਾਂਤ ਦ੍ਰਿਸ਼ਟਾਂਤ ਉਪਦੇਸ਼ ਦੇ ਕੇ ਭਾਈ ਸਾਹਿਬ ਜੀ ਨੇ ਸਮਝਾਇਆ। ਸੋ ਅੱਜ ਦੀਆਂ ਇਹਨਾਂ ਪੌੜੀਆਂ ਵਿੱਚ ਗੁਰਮੁਖਾਂ ਦੇ ਕੀ ਲੱਛਣ ਨੇ। ਜਿਵੇਂ ਸਾਧੂ ਦੇ ਲੱਛਣ ਨੇ, ਉਹ 8 ਪਹਿਰ ਨਾਮ ਜਪਦਾ, ਸਾਧ ਨਾਮ ਨਿਰਮਲ ਤਾਂ ਕੇ ਕਰਮ, ਉਹਦੇ ਕਰਮ ਨਿਰਮਲ ਹਨ। ਸੋ ਇਸ ਤਰ੍ਹਾਂ ਗੁਰਮੁਖਾਂ ਦੇ ਅੰਦਰ ਕਿਸ ਤਰ੍ਹਾਂ ਦੇ ਸ਼ੁਭ ਗੁਣ ਹਨ। ਸੋ ਬੜੀ ਭਾਵਨਾ ਦੇ ਨਾਲ ਸਰਵਣ ਕਰੀਏ। ਪ੍ਰਾਰੰਭਤਾ ਹੈ 5ਵੀਂ ਵਾਰ ਦੀ ਪਹਿਲੀ ਪੌੜੀ ਦੀ। ਗੁਰਮੁਖ ਹੋਵੈ ਸਾਧ ਸੰਗ, ਹੋਰਤ ਸੰਗ ਕੋ ਸੰਗ ਨਾ ਰਚੈ। ਜੋ ਗੁਰਮੁਖ ਹੈ ਉਹ ਸਤ ਸੰਗਤ ਦੇ ਵਿੱਚ ਰਹਿੰਦਾ ਹੈ, ਉਹਦੇ ਉੱਤੇ ਸਤ ਸੰਗਤ ਦਾ ਰੰਗ ਚੜ੍ਹਦਾ ਹੈ ਅਤੇ ਹੋਰਤ ਸੰਗ ਕੋ ਸੰਗ ਨਾ ਰਚੈ। ਉਹ ਹੋਰ ਕੁਸੰਗੀਆਂ ਦੇ ਸੰਗ ਵਿੱਚ ਨਹੀਂ ਪੈਂਦਾ, ਨਾ ਉਹ ਕੁਸੰਗੀਆਂ ਦੇ ਸੰਗ ਦੇ ਵਿੱਚ ਰਚਦਾ ਹੈ, ਨਾ ਉਹਨਾਂ ਦੀ ਸੰਗਤ ਕਰਦਾ ਹੈ। ਕਿਉਂਕਿ ਗੁਰਮੁਖ ਨੂੰ ਇਹ ਸਮਝ ਆ ਜਾਂਦੀ ਹੈ
ਕਿ ਕੁਸੰਗੀਆਂ ਦੀ ਸੰਗਤ ਕਰਨ ਦੇ ਨਾਲ ਮਨ ਦੀ ਭਟਕਣਾ ਵਧੇਗੀ। ਤਾਂ ਹੀ ਭਗਤ ਜੀ ਨੇ ਬਾਣੀ ਅੰਦਰ ਜਦੋਂ ਦ੍ਰਿਸ਼ਟਾਂਤ ਦਿੱਤਾ, ਕਹਿੰਦੇ ਸੱਚ ਤੇ ਇਹ ਹੈ, ਜਿਹੜਾ ਕੇਲੇ ਦਾ ਰੁੱਖ ਬੇਰੀ ਦੇ ਲਾਗੇ ਉੱਗ ਗਿਆ, ਉਹ ਜਿੰਨਾ ਮਰਜ਼ੀ ਆਪਣੇ ਆਪ ਦਾ ਬਚਾਅ ਕਰੇ, ਉਹ ਝੂਲੈ ਉਹ ਚੀਰੀਐ ਸਾਕਤ ਸੰਗ ਨਾ ਹੇਰ। ਕਿ ਜਦੋਂ ਹਵਾ ਚੱਲੇਗੀ, ਜਿੰਨਾ ਮਰਜ਼ੀ ਆਪਣਾ ਬਚਾਅ ਕਰ ਲਵੇ, ਪਰ ਬੇਰੀ ਨੇ ਹਵਾ ਦੇ ਨਾਲ ਹਿੱਲਣਾ, ਉਸ ਬੇਰੀ ਦੇ ਪੱਤੇ ਉਸ ਕੇਲੇ ਦੇ ਰੁੱਖ ਨੂੰ ਵੱਜਣਗੇ ਤੇ ਸਚਾਈ ਇਹ ਉਹਨੂੰ ਉਹਦੇ ਪੱਤੇ ਜਿਹੜੇ ਨੇ ਤਾਰ-ਤਾਰ ਕਰਕੇ ਰੱਖ ਦੇਵੇਗੀ। ਕਈ ਵਾਰ ਜ਼ਿੰਦਗੀ 'ਚ ਐਸੇ ਲੋਕ ਮਿਲਦੇ ਹਨ ਜਿਹੜੇ ਕਹਿੰਦੇ ਫਿਰ ਕੀ, ਜੇ ਅਸੀਂ ਮਾੜੇ ਲੋਕਾਂ ਦੇ ਨਾਲ ਤੁਰੇ ਫਿਰਦੇ ਹਾਂ, ਉਹਨਾਂ ਦਾ ਆਪਣਾ ਜੀਵਨ ਹੈ, ਸਾਡਾ ਆਪਣਾ ਹੈ। ਕਈ ਵਾਰ ਨੌਜਵਾਨ ਪੀੜ੍ਹੀ ਦੇ ਬੱਚੇ ਮਾਪਿਓ ਨੂੰ ਵੀ ਕਹਿ ਦਿੰਦੇ ਹੈ ਕਿ ਲਓ ਕਿਸੇ ਦੇ ਕੋਲ ਬਹਿ ਜਾਣ ਦੇ ਨਾਲ ਅਸੀਂ ਮਾੜੇ ਥੋੜ੍ਹੀ ਹੋ ਜਾਵਾਂਗੇ, ਪਰ ਨਹੀਂ, ਇਹ ਸਚਾਈ ਹੈ, ਇੰਜ ਹੋ ਜਾਂਦਾ ਹੈ। ਸਹਿਜੇ ਸਹਿਜੇ ਜਿਹੜਾ ਹੈ, ਕੋਈ ਵੀ ਜਿਹੜਾ ਚੋਰ ਹੈ ਉਹ ਸਹਿਜੇ ਸਹਿਜੇ ਚੋਰਾਂ ਦੀ ਸੰਗਤ ਕਰਕੇ ਚੋਰੀਆਂ ਕਰਨੀਆਂ ਸਿੱਖ ਗਿਆ। ਵੱਡੇ ਤੋਂ ਵੱਡੇ ਅਮਲੀ ਨਸ਼ਈ ਜਿਹੜੇ ਨੇ, ਉਹ ਵੀ ਪਹਿਲਾਂ ਸ਼ਾਇਦ ਜੰਮਦੇ ਨਸ਼ਾ ਨਹੀਂ ਸੀ ਕਰਦੇ, ਪਹਿਲਾਂ ਉਹ ਵੀ ਸਾਰੇ ਸੌਫੀ ਸਨ, ਪਰ ਜਿਵੇਂ ਜਿਵੇਂ ਨਸ਼ਈਆਂ ਜੁਆਰੀਆਂ ਅਮਲੀਆਂ ਦੀ ਸੰਗਤ ਮਿਲੀ, ਉਹ ਵੀ ਸ਼ਾਇਦ ਪਹਿਲੇ ਦਿਨ ਇਹੀ ਕਹਿੰਦੇ ਹੋਣਗੇ ਕਿ ਇਹ ਨਸ਼ਾ ਕਰਦੇ ਨੇ, ਅਸੀਂ ਥੋੜ੍ਹੀ ਕਰਨ ਲੱਗ ਜਾਵਾਂਗੇ, ਪਰ ਇਸ ਤਰ੍ਹਾਂ ਹੋ ਗਿਆ। ਸੋ ਇਸ ਤਰ੍ਹਾਂ ਭਾਈ ਸਾਹਿਬ ਕਹਿੰਦੇ ਉਹ ਕੁਸੰਗੀਆਂ ਦਾ ਸੰਗ ਹੀ ਨਹੀਂ ਕਰਦੇ ਤੇ ਨਾ ਉਹਨਾਂ ਦੀ ਸੰਗਤ ਦੇ ਵਿੱਚ ਰਚਦੇ ਹਨ। ਕਿਸੇ ਮਾੜੇ ਸਮੇਂ ਜੇ ਉਹਨਾਂ ਦੇ ਕੋਲ ਦੀ ਲੰਘਣਾ ਪੈ ਜਾਏ, ਕੋਲ ਅੱਧਾ 10 ਮਿੰਟ ਕਿਤੇ ਮਿੰਟ ਖੜਨਾ ਪੈ ਜਾਏ ਕਿਸੇ ਕੁਸੰਗੀ ਕੋਲ, ਤਾਂ ਉਹਦੀ ਗੱਲਾਂ ਦੇ ਵਿੱਚ ਰਚਦੇ ਨਹੀਂ ਹਨ, ਤਦਾਕਾਰ ਨਹੀਂ ਹੁੰਦੇ, ਕੇਵਲ ਮਤਲਬ ਦੇ ਸ਼ਬਦ ਕਹਿ ਕੇ ਅਗਾਂਹ ਹੋ ਜਾਂਦੇ ਹਨ। ਗੁਰਮੁਖ ਪੰਥ ਸੋਹੇ ਲੜਾ, 12 ਪੰਥ ਨਾ ਖੇਚਲ ਖਚੈ। ਗੁਰਮੁਖਾਂ ਦਾ ਪੰਥ ਜਿਹੜਾ ਹੈ ਉਹ ਸ਼ੋਭਨੀਕ ਪੰਥ ਹੈ, ਜੋ ਕਲਗੀਧਰ ਦਾ ਤਾਰ ਪਾਤਸ਼ਾਹ ਜੀ ਨੇ ਖਾਲਸਾ ਸਾਜਿਆ। ਇਹ ਮੁਬਾਰਕ ਸ਼ੋਭਨੀਕ ਪੰਥ, ਗੁਰੂ ਨਾਨਕ ਦਾ ਇਹ ਮੁਬਾਰਕ ਪੰਥ ਜਿਹੜਾ ਹੈ, ਇਹ ਸਾਰਿਆਂ ਤੋਂ ਉੱਜਲ ਸੋਹਣਾ ਸ਼ੋਭਾ ਵਾਲਾ ਪੰਥ ਹੈ। ਤੇ ਜਿਹੜੇ ਜੋਗੀਆਂ ਦੇ 12 ਪੰਥ ਨੇ, ਨਾ ਖੇਚਲ ਖਚੈ। ਗੁਰਮੁਖ ਜਿਹੜਾ ਹੈ, ਇਹਨਾਂ 12 ਪੰਥ ਜਿਹੜੇ ਜੋਗੀਆਂ ਨੇ ਸੰਸਾਰ ਤੇ ਚਲਾਏ, ਚੱਲਦੇ ਤੇ ਸ਼ਾਇਦ ਇੰਜ ਚੱਲਦੇ ਵੀ ਰਹਿਣਗੇ। ਸੋ ਇਸ ਤਰ੍ਹਾਂ ਇਹਨਾਂ ਦੇ ਵਿੱਚ ਕਦੀ ਵੀ ਇਹਨਾਂ ਖੇਚਲਾਂ ਦੇ ਵਿੱਚ ਖਚਿਤ ਨਹੀਂ ਹੁੰਦਾ। ਖੇਚਲ, ਕਿਉਂਕਿ ਜੋਗੀ ਆਪਣੇ ਆਪ ਨੂੰ ਖੇਚਲਾਂ ਦਿੰਦੇ ਨੇ, ਕਸ਼ਟ ਦਿੰਦੇ ਨੇ, ਆਪਣੇ ਆਪ ਨੂੰ ਬਹੁਤ ਜ਼ਿਆਦਾ ਦੁੱਖ ਦਿੰਦੇ ਨੇ, ਤਾਂ ਗੁਰਮੁਖ ਸ਼ੋਭਨੀਕ ਪੰਥ ਦਾ ਪਾਂਧੀ ਬਣਦਾ ਹੈ। ਇਹਨਾਂ ਖੇਚਲਾਂ ਵਿੱਚ ਪੈ ਕਰਕੇ, ਦੁੱਖਾਂ ਵਿੱਚ ਪੈ ਕਰਕੇ ਖਚਿਤ ਨਹੀਂ ਹੁੰਦਾ। ਗੁਰਮੁਖ ਵਰਨ ਅਵਰਨ ਹੋਏ, ਰੰਗ ਸੋ ਰੰਗ ਤੰਬੋਲ ਪਰਚੈ। ਗੁਰਮੁਖ ਵਰਨ, ਖੱਤਰੀ ਬ੍ਰਾਹਮਣ ਜਿਹੜੇ ਦੋ, ਹਾਲਾਂਕਿ ਗੁਰਮੁਖ ਦੀ ਕੋਈ ਜਾਤ ਨਹੀਂ ਹੈ, ਪਰ ਭਾਈ ਸਾਹਿਬ ਇੱਥੇ ਇੱਕ ਸਮਝਾ ਕੇ ਗੱਲ ਕਲੀਅਰ ਕਰਨਗੇ। ਭਾਵੇਂ ਖੱਤਰੀ ਬ੍ਰਾਹਮਣ ਇਹ ਦੋ ਵਰਨ ਹੋਣ, ਫਿਰ ਨੀਚ ਜਾਤ ਵੀ ਉਹਦੀ ਜਿਹੜੀ ਸੰਸਾਰ ਤੇ ਮੰਨੀ ਜਾਂਦੀ ਹੈ, 4 ਵਰਨਾਂ ਦੇ ਵਿੱਚੋਂ ਦੋਹਾਂ ਨੂੰ ਅਵਰਨ ਕਰਕੇ ਵੀ ਮੰਨ ਲਿਆ ਜਾਂਦਾ ਹੈ, ਸ਼ੂਦਰ ਤੇ ਵੈਸ਼ਯ ਨੂੰ। ਭਾਵੇਂ ਜਿਹੜਾ ਗੁਰਮੁਖ ਹੈ ਉਹ ਕਿਸੇ ਉੱਚੀ ਜਾਤ ਨਾਲ ਸੰਬੰਧ ਰੱਖਦਾ ਹੋਵੇ, ਭਾਵੇਂ ਅਵਰਨ ਕਿਸੇ ਨੀਵੀਂ ਜਾਤ ਦੇ ਨਾਲ ਸੰਬੰਧ ਰੱਖਦਾ ਹੋਵੇ, ਪਰ ਸੱਚਾਈ ਤੇ ਇਹ ਹੈ ਕਿ ਰੰਗ ਸੋ ਰੰਗ ਤੰਬੋਲ ਪਰਚੈ। ਪਿੱਛੇ ਵੀ ਜ਼ਿਕਰ ਆਇਆ ਤੰਬੋਲਾਂ ਦੇ, ਪਾਨਾਂ ਦੇ, ਬੀੜਿਆਂ ਦੀ, ਕਿ ਪਾਨ ਨੂੰ ਜਦੋਂ ਖਾਂਦੇ ਨੇ, ਪਾਨ ਦੇ ਵਿੱਚ ਬਹੁਤ ਕੁਝ ਹੈ, ਉਹਦੇ ਵਿੱਚ ਕਲੀ ਵੀ ਹੈ, ਉਹਦੇ ਵਿੱਚ ਪਾਨ ਦਾ ਪੱਤਾ ਵੀ ਹੈ, ਉਹਦੇ ਵਿੱਚ ਸੁਪਾਰੀ ਵੀ ਹੈ, ਉਹਦੇ ਵਿੱਚ ਹੋਰ ਵੀ ਕਈ ਸਵਾਦ ਦੇ ਵਾਸਤੇ, ਨਸ਼ੇ ਦੇ ਵਾਸਤੇ ਅਲੱਗ-ਅਲੱਗ ਚੀਜ਼ਾਂ ਪਾਉਂਦੇ ਨੇ। ਪਰ ਜਦੋਂ ਉਹਨੂੰ ਮੂੰਹ ਦੇ ਵਿੱਚ ਪਾ ਕੇ ਚਬਾਇਆ ਜਾਂਦਾ, ਉਸ ਤੋਂ ਬਾਅਦ ਉਹਨਾਂ ਸਾਰੀਆਂ ਚੀਜ਼ਾਂ ਦਾ ਰੰਗ ਜਿਹੜਾ ਉਹ ਲਾਲ ਸੁਰਖ ਹੋ ਜਾਂਦਾ ਹੈ। ਉਹ ਬਾਅਦ ਵਿੱਚ ਜਦੋਂ ਉਹਨੂੰ ਮੂੰਹ ਦੇ ਵਿੱਚੋਂ ਬਾਹਰ ਕੱਢਦੇ, ਬਿਲਕੁਲ ਲਾਲ ਸੁਰਖ, ਇੱਥੋਂ ਤੱਕ ਉਹਨਾਂ ਖਾਣ ਵਾਲਿਆਂ ਦਾ ਮੂੰਹ ਵੀ ਲਾਲ ਸੁਰਖ ਹੋ ਜਾਂਦਾ ਹੈ। ਸੋ ਇਸ ਤਰ੍ਹਾਂ ਗੁਰਮੁਖ ਜਿਹੜੇ ਹਨ ਉਹ ਕਿਸੇ ਵੀ ਵਰਨ ਅਵਰਨ ਦੇ ਵਿੱਚ ਹੋਣ, ਪਾਨਾਂ ਦੇ ਬੀੜੇ ਦੀ ਤਰ੍ਹਾਂ ਉਹਨਾਂ ਦਾ ਰੰਗ ਜਿਵੇਂ ਉਹ ਪਾਨਾਂ ਦੇ ਬੀੜੇ ਦਾ ਲਾਲ ਹੈ, ਉਹ ਸਤ ਸੰਗਤ ਦੇ ਵਿੱਚ ਰਚ ਕੇ ਉਹ ਸਤ ਸੰਗਤ ਦੇ ਵਿੱਚ ਪਰਚ ਜਾਂਦੇ ਨੇ, ਭਾਵ ਸਤ ਸੰਗਤ ਦੇ ਵਿੱਚ ਅਭੇਦ ਹੋ ਜਾਂਦੇ, ਫਿਰ ਉਹਨਾਂ ਦੀ ਕੋਈ ਜਾਤ ਨਹੀਂ ਰਹਿ ਜਾਂਦੀ। ਹਾਲਾਂਕਿ ਇਹ ਪੰਥ ਦੀ ਤਰਾਸਦੀ ਕਹੀਏ, ਇਹ ਸਾਡੀ ਅਗਿਆਨਤਾ ਕਹੀਏ, ਮਾੜੀ ਮਾਨਸਿਕਤਾ ਕਹੀਏ, ਕਿ ਅਸੀਂ ਅੱਜ ਵੀ ਇਹਨਾਂ ਚੀਜ਼ਾਂ ਦੇ ਵਿੱਚੋਂ ਨਿਕਲ ਨਹੀਂ ਸਕੇ। ਕਲਗੀਧਰ ਪਾਤਸ਼ਾਹ ਜੀ ਨੇ ਖਾਲਸਾ ਸਾਜਿਆ, ਹਜ਼ੂਰ ਦਾ ਤਾਰ ਨੇ ਅੰਮ੍ਰਿਤ ਦੀ ਦਾਤ ਬਖਸ਼ ਕੇ ਜਾਤ ਵਰਨ ਭੇਦ ਸਾਰਾ ਕੁਝ ਖਤਮ ਕੀਤਾ, ਪਰ ਨਹੀਂ, ਅੱਜ ਵੀ ਸਾਡੇ ਅੰਦਰੋਂ ਉਹ ਚੀਜ਼ਾਂ ਜਿਹੜੀਆਂ ਖਤਮ ਨਾ ਹੋ ਸਕੀਆਂ। ਅੱਜ ਵੀ ਜਿਹੜਾ ਜਾਤੀ ਅਭਿਮਾਨ, ਜਾਤੀ ਅਹੰਕਾਰ ਮਨੁੱਖ ਦੇ ਅੰਦਰ ਜਿਉਂ ਦਾ ਤਿਉਂ ਜਿਹੜਾ ਉਹ ਬਣਿਆ ਹੋਇਆ ਹੈ।
ਪਰ ਭਾਈ ਸਾਹਿਬ ਜੀ ਇੱਥੇ ਕਹਿੰਦੇ ਨੇ ਗੁਰਮੁਖ ਜਿਹੜਾ ਹੈ ਉਹ ਫਿਰ ਸਤ ਸੰਗਤ ਦੇ ਵਿੱਚ ਜਦੋਂ ਅਭੇਦ ਹੋ ਜਾਂਦਾ ਹੈ, ਉਹਦੇ ਸਾਰੇ ਵਰਨ ਅਵਰਨ ਜਿਹੜੇ ਹਨ ਸੋ ਮਿਟ ਜਾਂਦੇ ਹਨ। ਗੁਰਮੁਖ ਦਰਸ਼ਨ ਦੇਖਣਾ, ਛੇ ਦਰਸ਼ਨ ਪਰਸਣ ਨਾ ਸਰਚੈ। ਗੁਰਮੁਖ ਜਿਹੜਾ ਹੈ, ਗੁਰਮੁਖਾਂ ਦਾ ਦਰਸ਼ਨ ਜਿਨ੍ਹਾਂ ਨੇ ਦੇਖਣਾ ਹੈ, ਇੱਕ ਤਾਂ ਗੁਰਮੁਖ ਜਿਹੜਾ ਹੈ ਉਹ ਗੁਰਮੁਖਾਂ ਦੇ ਦਰਸ਼ਨ ਕਰਦਾ ਹੈ, ਦੂਜਾ ਗੁਰਮੁਖਾਂ ਦਾ ਜਿਨ੍ਹਾਂ ਨੇ ਇੱਕ ਵਾਰ ਕਮਾਈ ਵਾਲੇ ਸਤਿਪੁਰਖਾਂ ਰੰਗੀਆਂ ਰੂਹਾਂ ਦਾ ਜਿਨ੍ਹਾਂ ਨੇ ਦਰਸ਼ਨ ਕਰ ਲਿਆ, ਉਹ ਫਿਰ ਛੇ ਦਰਸ਼ਨ ਪਰਸਨ ਨਾ ਸਰਚੈ। ਸਰਚੈ ਦਾ ਅਰਥ ਹੁੰਦਾ ਫਸਣਾ। ਉਹ ਫਿਰ ਜਿਹੜੇ ਛੇ ਦਰਸ਼ਨ ਖਟ ਦਰਸ਼ਨ ਜਿਹੜਾ ਹੈ ਉਹਨਾਂ ਛੇ ਦਰਸ਼ਨਾਂ ਦੇ ਵਿੱਚ ਫਸਦੇ ਨਹੀਂ ਹਨ, ਜਿਹੜੇ ਇੱਕ ਵਾਰ ਗੁਰਮੁਖਾਂ ਦਾ ਦਰਸ਼ਨ ਕਰ ਲੈਂਦੇ। ਫਿਰ ਦੂਜਾ, ਜਿਹੜੇ ਗੁਰਮੁਖ ਨੇ ਉਹ ਹਮੇਸ਼ਾ ਗੁਰਮੁਖਾਂ ਦਾ ਹੀ ਦਰਸ਼ਨ ਕਰਦੇ ਨੇ, ਉਹ ਸਤ ਸੰਗੀਆਂ ਦਾ ਦਰਸ਼ਨ ਕਰਦੇ ਨੇ, ਉਹ ਸਤ ਸੰਗਤ ਦੇ ਦਰਸ਼ਨ ਕਰਦੇ ਨੇ। ਉਹ ਕਦੀ ਛੇ ਦਰਸ਼ਨ ਛੇ ਭੇਖਾਂ ਵਾਲੇ ਜਿਹੜੇ ਪੂਰਨ ਨਾ ਹੋਣ ਉਹਨਾਂ ਦਾ ਕਦੀ ਵੀ ਦਰਸ਼ਨ ਪਰਸਨ ਜਿਹੜਾ ਉਹ ਨਹੀਂ ਕਰਦੇ ਹਨ। ਗੁਰਮੁਖ ਨਿਹਚਲ ਮਤ ਹੈ, ਦੂਜੈ ਭਾਏ ਲੋ ਭਾਏ ਨਾ ਪਚੈ। ਗੁਰਮੁਖਾਂ ਦੀ ਮਤ ਜਿਹੜੀ ਹੈ ਉਹ ਨਿਹਚਲ ਹੈ, ਬੁੱਧੀ ਜਿਹੜੀ ਹੈ ਉਹ ਦੂਜੈ ਪਾਏ ਭਾਵ ਦਵੈਤ ਦੇ ਵਿੱਚ ਪੈ ਕਰਕੇ ਨਾ ਪਚੈ, ਲੋਭਾਏ ਲੋਭਾਏਮਾਨ ਨਹੀਂ ਹੁੰਦੀ। ਨਾ ਤਾਂ ਗੁਰਮੁਖਾਂ ਦੀ ਬੁੱਧੀ ਜਿਹੜੀ ਦਵੈਤ ਵਿੱਚ ਫਸਦੀ, ਨਾ ਦਵੈਤ ਵਿੱਚ ਪਾ ਕੇ ਲੋਭਾਏਮਾਨ ਹੁੰਦੀ ਹੈ, ਨਾ ਪਦਾਰਥਾਂ ਦਾ ਲੋਭ ਕਰਦੀ, ਨਾ ਵਾਸ਼ਨਾਵਾਂ ਦਾ ਲੋਭ ਕਰਦੀ, ਨਾ ਸਰੀਰ ਦੇ ਕਿਸੇ ਇੰਦਰੇ ਦੇ ਰਸ ਦਾ, ਨਾ ਅੱਖਾਂ ਵੇਖਣ ਦਾ ਲੋਭ ਕਰਦੀਆਂ, ਨਾ ਕੰਨ ਸੁਣਨ ਦਾ ਲੋਭ ਕਰਦੇ ਨਿੰਦਿਆ ਆਦਿਕ, ਨਾ ਜ਼ੁਬਾਨ ਮਾੜਾ ਬੋਲਣ ਦਾ ਲੋਭ ਕਰਦੀ ਹੈ। ਸੋ ਇਸ ਤਰ੍ਹਾਂ ਇਹਨਾਂ ਰਸਾਂ ਇਹਨਾਂ ਲੋਭ ਆਦਿਕ ਦਵੈਤ ਭਾਵਨਾ ਦੇ ਵਿੱਚ ਲੋਭਾਏਮਨ ਹੋ ਕਰਕੇ ਸੜਦੇ ਨਹੀਂ ਹਨ, ਉਹ ਪਚਦੇ ਨਹੀਂ ਹਨ, ਉਹ ਫਸਦੇ ਨਹੀਂ ਹਨ। ਗੁਰਮੁਖ ਸ਼ਬਦ ਕਮਾਵਣਾ, ਪੈਰੀ ਪੈ ਰਹਿਰਾਸ ਨਾ ਹਚੈ। ਗੁਰਮੁਖਾਂ ਦਾ ਜਿਨ੍ਹਾਂ ਨੇ ਮੁਬਾਰਕ ਸ਼ਬਦ ਜਿਹੜਾ ਕਮਾਇਆ ਹੈ, ਗੁਰਮੁਖਾਂ ਦੇ ਬਚਨਾਂ ਦੇ ਉੱਤੇ ਜਿਨ੍ਹਾਂ ਨੇ ਪਹਿਰਾ ਦਿੱਤਾ ਹੈ, ਉਹ ਪੈਰੀ ਪੈਣਾ ਔਰ ਗੁਰਮੁਖਾਂ ਦੀਆਂ ਰਾਹ ਰਸਮਾਂ ਜਿਹੜੀਆਂ ਹਨ ਉਹਨਾਂ ਤੋਂ ਨਾ ਹਚੈ। ਹਚੈ ਦਾ ਅਰਥ ਹੈ ਤਿਲਕਣਾ। ਉਹ ਫਿਰ ਤਿਲਕਦੇ ਨਹੀਂ। ਜਿਨ੍ਹਾਂ ਨੂੰ ਪੂਰੇ ਗੁਰਮੁਖਾਂ ਦੀ ਸੰਗਤ ਮਿਲ ਗਈ, ਉਹ ਫਿਰ ਉਹਨਾਂ ਦੀਆਂ ਜੋ ਰਹੋ ਰੀਤੀਆਂ ਦੱਸੀਆਂ ਹੁੰਦੀਆਂ ਨੇ ਉਹਨਾਂ ਤੋਂ ਫਿਰ ਤਿਲਕਦੇ ਨਹੀਂ, ਆਪੇ ਤੋਂ ਬਾਹਰ ਨਹੀਂ ਹੁੰਦੇ। ਮਾਫ ਕਰਿਓ, ਇਸ ਤਰ੍ਹਾਂ ਹੋ ਜਾਂਦਾ ਕਈ ਵਾਰ, ਜੇ ਸਾਡੀ ਜ਼ਿੰਦਗੀ ਦੇ ਅੰਦਰ ਭਾਵਨਾ ਦ੍ਰਿੜ ਇਰਾਦਾ ਨਾ ਬਣੇ ਤਾਂ ਕਈ ਵਾਰ ਸਾਧੂਆਂ ਦੇ ਕੋਲ, ਗੁਰਮੁਖਾਂ ਦੇ ਕੋਲ, ਸਤਿਪੁਰਖਾਂ ਦੇ ਕੋਲ ਜਿੰਨਾ ਚਿਰ ਆਪਾਂ ਰਹਿੰਦੇ ਹਾਂ ਉਹਨਾਂ ਚਿਰ ਤੇ ਮਰਿਆਦਾ ਦੇ ਵਿੱਚ ਟਸ ਤੋਂ ਮਸ ਨਹੀਂ ਹੁੰਦੇ। ਤੇ ਜਿਵੇਂ ਹੀ ਘਰੇ ਆ ਜਾਂਦੇ ਨੇ, ਮਾਫ ਕਰਿਓ ਕੁਝ ਐਸੇ ਵਿਦਿਆਰਥੀ ਹੁੰਦੇ ਨੇ ਸਾਡੇ ਵਰਗੇ, ਜਿਹੜੇ ਜਿਵੇਂ ਘਰੇ ਆ ਜਾਂਦੇ ਨੇ ਫਿਰ ਉਹਨਾਂ ਨੂੰ ਭੁੱਲ ਹੀ ਜਾਂਦਾ ਕਿ ਮਰਿਆਦਾ ਕੀ ਚੀਜ਼ ਹੁੰਦੀ ਹੈ, ਸਿੱਖੀ ਨੂੰ ਪਾਲਣਾ ਕਿਸ ਤਰ੍ਹਾਂ, ਸਿੱਖੀ ਦੇ ਕਾਇਦੇ ਕਾਨੂੰਨ ਕੀ ਹਨ। ਪਰ ਭਾਈ ਸਾਹਿਬ ਜੀ ਇੱਥੇ ਕਹਿੰਦੇ ਜਿਹੜੇ ਗੁਰਮੁਖਾਂ ਦੇ ਸ਼ਬਦ ਨੂੰ ਕਮਾ ਜਾਂਦੇ ਨੇ, ਉਹਨਾਂ ਨਾਲ ਪੈਰੀ ਪੈਣਾ ਕਰ ਲੈਂਦੇ ਨੇ, ਉਹਨਾਂ ਦੇ ਚਰਨਾਂ ਦੀ ਹਜ਼ੂਰੀ ਮਾਣ ਲੈਂਦੇ ਨੇ, ਪੈਰੀ ਪੈਣਾ ਭਾਵ ਮਿਲਣਾ ਕਰ ਲੈਂਦੇ ਨੇ, ਉਹ ਫਿਰ ਉਹਨਾਂ ਦੀਆਂ ਰੋਹ ਰੀਤਾਂ ਰਹਿਰਾਸ ਭਾਵ ਉਹਨਾਂ ਦੀਆਂ ਰੋਹ ਰੀਤਾਂ 'ਤੇ ਚੱਲਦੇ ਨੇ ਅਤੇ ਉਹਨਾਂ ਤੋਂ ਨਾ ਹਚੈ, ਤਿਲਕਦੇ ਨਹੀਂ ਹਨ, ਥਿੜਕਦੇ ਨਹੀਂ ਹਨ। ਉਹ ਕਦੀ ਨਿਤਨੇਮ ਨਹੀਂ ਖੁਜਾਉਂਦੇ, ਉਹ ਕਦੀ ਸੋਦਰ ਦਾ ਸਮਾਂ ਨਹੀਂ ਖੁਜਾਉਂਦੇ, ਉਹ ਕਦੀ ਇਹ ਨਹੀਂ ਕਹਿੰਦੇ ਕਿ ਮੈਂ ਆਹ ਕੰਮ ਕਰ ਲਵਾਂ, ਕੋਈ ਨਹੀਂ ਨਿਤਨੇਮ ਤੇ ਕੱਲ੍ਹ ਨੂੰ ਹੋ ਜਾਏਗਾ। ਉਹ ਇਸ ਚੀਜ਼ ਤੋਂ ਫਿਰ ਤਿਲਕਦੇ ਥਿੜਕਦੇ ਨਹੀਂ ਹਨ। ਗੁਰਮੁਖ ਭਾਏ ਭਗਤ ਚਹ ਮਚੈ, ਚਹ ਮਚੈ ਭਾਵ ਖੁਸ਼ੀ ਵਿੱਚ ਮਸਤ ਨੇ। ਜਿਹੜੇ ਗੁਰਮੁਖ ਹਨ ਉਹ ਪ੍ਰੇਮਾ ਭਗਤੀ ਦੇ ਆਨੰਦ ਦੇ ਵਿੱਚ ਮਸਤ ਰਹਿੰਦੇ ਨੇ, ਉਹ ਬੇਪਰਵਾਹ ਰਹਿੰਦੇ ਨੇ ਦੁਨੀਆ ਵੱਲੋਂ। ਉਹਨਾਂ ਨੂੰ ਦੁਨੀਆ ਦੀ, ਦੁਨੀਆ ਦੇ ਰੰਗਾਂ ਦੀ, ਦੁਨੀਆ ਦੇ ਢੰਗਾਂ ਦੀ, ਦੁਨੀਆ ਦੇ ਰਸਾਂ ਕਸਾਂ ਦੀ ਕੋਈ ਪਰਵਾਹ ਨਹੀਂ। ਉਹ ਆਪਣੇ ਆਨੰਦ ਦੀ ਖੁਸ਼ੀ ਦੇ ਵਿੱਚ ਦਿਨ ਰਾਤ ਝੂਮਦੇ, ਦਿਨ ਰਾਤ ਮਸਤ ਰਹਿੰਦੇ ਹਨ। ਸੋ ਅਗਲੀ ਦੂਸਰੀ ਪੌੜੀ ਦੇ ਵਿੱਚ ਵੀ ਫਿਰ ਗੁਰਮੁਖਾਂ ਦੇ ਲੱਛਣ ਦੱਸ ਕੇ ਭਾਈ ਸਾਹਿਬ ਕਿਰਪਾ ਕਰਦੇ। ਗੁਰਮੁਖ ਇੱਕ ਆਰਾਧਨਾ, ਇੱਕ ਮਨ ਹੋਏ ਨਾ ਹੋਏ ਦੋ ਚਿੱਤਾ। ਗੁਰਮੁਖ ਜਿਹੜੇ ਹਨ ਉਹ ਇੱਕ ਮਨ ਹੋ ਕਰਕੇ ਆਰਾਧਨਾ, ਕੇਵਲ ਇੱਕ ਆਰਾਧਨਾ, ਇੱਕ ਅਕਾਲ ਪੁਰਖ ਪਰਮੇਸ਼ਰ ਨੂੰ ਆਰਾਧਦੇ ਨੇ ਇੱਕ ਮਨ ਹੋ ਕੇ। ਨਾ ਹੋਏ ਦੋ ਚਿੱਤਾ, ਉਹ ਕਦੀ ਦੋ ਦਿਲੇ ਨਹੀਂ ਹੁੰਦੇ, ਕਦੀ ਦੁਬਿਧਾ ਦੇ ਵਿੱਚ ਨਹੀਂ ਪੈਂਦੇ, ਕਦੀ ਦੋ ਚਿੱਤੇ ਨਹੀਂ ਹੁੰਦੇ। ਕਿਉਂਕਿ ਦੋ ਚਿੱਤਾਪਣ ਜਿਹੜਾ ਹੈ ਉਹ ਜ਼ਿੰਦਗੀ ਦਾ ਸਾਰਿਆਂ ਤੋਂ ਮਾੜਾ ਸਮਾਂ ਕਹਿ ਲਈਏ, ਜਿਹਨੂੰ ਸਾਹਿਬ ਬਾਣੀ ਅੰਦਰ ਬਚਨ ਕਹਿੰਦੇ ਦੁਬਿਧਾ ਬੌਰੀ ਮਨ ਬੌਰਾਇਆ।
ਦੁਬਿਧਾ ਦੇ ਵਿੱਚ ਜਿਹੜਾ ਪੈ ਗਿਆ, ਦਵੈਤ ਭਾਵ ਵਿੱਚ ਪੈ ਗਿਆ, ਉਹਦਾ ਡੁੱਬਣਾ ਜਿਹੜਾ ਉਹ ਨਿਸ਼ਚਿੰਤ ਹੋ ਜਾਂਦਾ ਹੈ। ਘੁੰਮਣ ਘੇਰੀ ਵਿੱਚ ਫਸੀ ਹੋਈ ਬੇੜੀ ਦਾ ਜਿਵੇਂ ਡੁੱਬਣਾ ਨਿਸ਼ਚਿੰਤ ਹੈ, ਦੁਬਿਧਾ ਵਿੱਚ ਪਏ ਦਾ ਜੇ ਗੁਰੂ ਨਾ ਬਾਂਹ ਫੜੇ ਤੇ ਡੁੱਬਣਾ ਨਿਸ਼ਚਿੰਤ ਹੈ। ਸੋ ਗੁਰਮੁਖ ਦੋ ਚਿੱਤਾ ਨਹੀਂ ਹੁੰਦਾ, ਇੱਕ ਮਨ ਹੋ ਕੇ ਇੱਕ ਨੂੰ ਅਰਾਧਦਾ ਹੈ। ਗੁਰਮੁਖ ਆਪ ਗਵਾਇਆ, ਜੀਵਨ ਮੁਕਤ ਨ ਤਾਮਸ ਪਿਤਾ। ਸੋ ਗੁਰਮੁਖ ਜਿਹੜਾ ਹੈ ਉਹਨੇ ਆਪਾ ਭਾਵ ਜਿਹੜਾ ਉਹ ਜ਼ਿੰਦਗੀ ਚੋਂ ਗਵਾ ਦਿੱਤਾ ਹੈ, ਗਵਾ ਦਿੰਦੇ ਨੇ, ਜੀਵਨ ਮੁਕਤ ਹੋ ਜਾਂਦੇ ਨੇ। ਤੇ ਇੱਥੇ ਪਿਤਾ, ਵੈਸੇ ਲਿਖਣ ਦੇ ਵਿੱਚ ਪੱਪੇ ਸਿਹਾਰੀ ਤੱਤੇ ਕਰਨਾ ਹੈ, ਜੇ ਆਪ ਜੀ ਕਦੀ ਵਾਰਾਂ ਦਾ ਪਾਠ ਕਰੋ ਤਾਂ ਇੱਥੇ ਪਿਤਾ ਸ਼ਬਦ ਨਹੀਂ ਉਚਾਰਨ ਕਰਨਾ, ਇੱਥੇ ਪਿਤਾ ਦਾ ਅਰਥ ਹੈ ਦਿਲ। ਤਾਂ ਗੁਰਮੁਖ ਜਿਹੜੇ ਹਨ, ਗੁਰਮੁਖਾਂ ਦਾ ਦਿਲ ਜਿਹੜਾ ਉਹ ਤਮੋਗੁਣੀ ਨਹੀਂ ਹੁੰਦਾ ਕਦੀ, ਨਾ ਪਿਤਾ ਭਾਵ ਨਾ ਤਾਮਸ ਪਿਤਾ, ਉਹਨਾਂ ਦਾ ਦਿਲ ਕਦੀ ਤਮੋਗੁਣੀ ਸੁਭਾਅ ਨੂੰ ਧਾਰਨ ਨਹੀਂ ਕਰਦਾ, ਉਹ ਜੀਵਨ ਮੁਕਤ ਅਵਸਥਾ ਮੰਨਦੇ ਹਨ ਆਪਾ ਭਾਵ ਗਵਾ ਕਰਕੇ। ਗੁਰ ਉਪਦੇਸ਼ ਅਵੇਸ ਕਰ, ਸਣ ਦੂਤਾਂ ਵਿਖੜਾ ਗੜ ਜਿਤਾ। ਤੇ ਗੁਰੂ ਦੇ ਉਪਦੇਸ਼ ਦੇ ਵਿੱਚ ਪ੍ਰਵੇਸ਼ ਕਰਕੇ ਨਾ, ਸ਼ਬਦ ਦੇ ਵਿੱਚ ਪ੍ਰਵੇਸ਼ ਕਰਦੇ ਨੇ ਸੁਰਤ ਕਰਕੇ, ਫਿਰ ਕੀ ਕਰਦੇ ਨੇ, ਪੰਜਾਂ ਦੂਤਾਂ ਦਾ ਜਿਹੜਾ ਕਠਨ ਗੜ ਕੀ ਭਾਵ ਇਹ ਦੇਹ ਅਭਿਮਾਨ ਆਦਿਕ ਜਿਹੜਾ ਹੈ, ਵਿਖੜਾ ਗੜ ਜਿੱਤਾ, ਇਹ ਦੇਹ ਅਭਿਮਾਨ, ਇਹ ਗੜ ਭਾਵ ਕਿ ਕਿਲਾ, ਇਸ ਕਿਲੇ ਨੂੰ ਫਿਰ ਉਹ ਤੋੜ ਲੈਂਦੇ ਨੇ, ਇਸ ਕਿਲੇ ਨੂੰ ਜਿੱਤ ਲੈਂਦੇ ਨੇ। ਜਿਵੇਂ ਬਾਹਰੀ ਜੰਗ ਹੁੰਦੇ ਸੀ, ਕਿਲਿਆਂ ਦੇ ਉੱਤੇ ਜਿੱਤ ਪ੍ਰਾਪਤ ਕੀਤੀ ਜਾਂਦੀ ਸੀ। ਸੋ ਇਸ ਤਰ੍ਹਾਂ ਗੁਰਮੁਖ ਜਿਹੜੇ ਇਹ ਪੰਜੇ ਦੂਤਾਂ ਦਾ ਜਿਹੜਾ ਇਹ ਮਹਾਨ ਦੇਹ ਅਭਿਮਾਨ ਰੂਪੀ ਗੜ ਕਿਲਾ ਹੈ, ਇਹਨੂੰ ਫਿਰ ਜਿੱਤ ਲੈਂਦੇ ਤੇ ਫਤਿਹ ਪ੍ਰਾਪਤ ਕਰਦੇ ਨੇ ਗੁਰੂ ਦੇ ਸ਼ਬਦ ਵਿੱਚ ਪ੍ਰਵੇਸ਼ ਕਰਕੇ। ਪੈਰੀ ਪੈ ਪਾ ਖਾਕ ਹੋਏ, ਪਾਹੁਨੜਾ ਜਗ ਹੋਏ ਅਥਿਤਾ। ਪੈਰੀ ਪੈ ਕੇ ਉਹ ਫਿਰ ਚਰਨਾਂ ਦੀ ਪਾ ਖਾਕ ਹੋਏ, ਖਾਕ ਹੋ ਜਾਂਦੇ ਨੇ, ਤੇ ਪਾਹੁਨੜਾ ਭਾਵ ਆਪਣੇ ਆਪ ਨੂੰ ਪ੍ਰਾਹੁਣੇ ਮੰਨਦੇ ਨੇ, ਜਗ ਹੋਏ ਅਥਿਤਾ, ਤੇ ਜਗ ਦੇ ਵਿੱਚ ਆਪਣੇ ਆਪ ਨੂੰ ਅਥਿਤਾ ਪੂਜਨੀਕ ਕਰਵਾਉਂਦੇ ਹਨ, ਜਾਂ ਇੰਜ ਕਹਿ ਲਈਏ ਇਸੇ ਕਾਰਨ ਉਹ ਸੰਸਾਰ ਦੇ ਵਿੱਚ ਪੂਜਨੀਕ ਹੁੰਦੇ। ਪਿਛਲੀਆਂ ਪੌੜੀਆਂ ਵੀ ਆਪ ਜੀ ਨੇ ਸਰਵਣ ਕੀਤੀਆਂ, ਪਿੱਛੇ ਵੀ ਦ੍ਰਿਸ਼ਟਾਂਤ ਆਇਆ ਸੀ ਕਿ ਗੁਰਮੁਖ ਜਗ ਦੇ ਵਿੱਚ ਪ੍ਰਾਹੁਣਾ ਹੈ ਤੇ ਉਹ ਪ੍ਰਾਹੁਣਿਆਂ ਦੀ ਤਰ੍ਹਾਂ ਰਹਿੰਦਾ ਹੈ, ਉਹ ਪ੍ਰਾਹੁਣਿਆਂ ਦੀ ਤਰ੍ਹਾਂ ਆਪਣਾ ਜੀਵਨ ਜਿਹੜਾ ਗੁਜ਼ਾਰਦਾ ਹੈ, ਇਹਨੂੰ ਬਸਰ ਕਰਦਾ ਹੈ। ਇਸੇ ਕਰਕੇ ਸੰਸਾਰ ਤੇ ਉਹਦੀ ਅਥਿਤਾ, ਉਹਦੀ ਪੂਜਾ ਹੁੰਦੀ ਹੈ। ਫਿਰ ਅਥਿਤਾ ਉਹ ਅਤਿਥੀ ਦੀ ਤਰ੍ਹਾਂ ਆਉਂਦੇ ਹਨ ਤੇ ਇਸ ਤਰ੍ਹਾਂ ਉਹ ਸੰਸਾਰ ਦੇ ਵਿੱਚ ਨਿਰਲੇਪਤਾ ਵਾਲਾ ਜੀਵਨ ਬਸਰ ਕਰਦੇ। ਗੁਰਮੁਖ ਸੇਵਾ ਗੁਰ ਸਿੱਖਾ, ਗੁਰਸਿੱਖ ਮਾਂ ਪਿਓ ਭਾਈ ਮਿੱਤਾ। ਗੁਰਮੁਖ ਲੋਕ ਜਿਹੜੇ ਹਨ ਨਾ, ਉਹਨਾਂ ਦਾ ਸਾਰਿਆਂ ਤੋਂ ਵੱਡਾ ਲੱਛਣ ਕੀ ਹੈ, ਉਹ ਗੁਰਮੁਖ ਜਿਹੜੇ ਨੇ ਉਹ ਗੁਰੂ ਦੀ ਸੇਵਾ, ਜਿਹੜੀ ਸੇਵਾ ਗੁਰ ਸਿੱਖਾ, ਉਹ ਗੁਰੂ ਕੇ ਸਿੱਖਾਂ ਦੀ ਸੇਵਾ ਗੁਰੂ ਰੂਪ ਜਾਣ ਕੇ ਕਰਦੇ ਨੇ। ਹਾਲਾਂਕਿ ਸਿੱਖ ਜਿਹੜਾ ਹੈ, ਮੇਰੇ ਸ਼ਬਦਾਂ ਨੂੰ ਮਾਫ ਕਰਿਓ, ਜੇ ਸਿੱਖ ਦੇ ਅੰਦਰ ਉਹ ਅਵਸਥਾ ਨਹੀਂ ਵੀ, ਕਿਉਂਕਿ ਕੋਈ ਵਿਰਲਾ ਇੱਕ ਅਧ ਨਾਏ ਰਸੀੜਾ ਕਾ ਵਿਰਲੇ ਜਾਏ ਉੱਠੀ, ਕੋਈ ਸਤਪੁਰਖ ਕੋਈ ਗੁਰਮੁਖ ਰੰਗੀ ਰੂਹ ਹੋਵੇ ਜੋ ਜਿਹਦੇ ਵਿੱਚੋਂ ਗੁਰੂ ਦੀ ਝਲਕ ਪੈਂਦੀ, ਪਰ ਆਪਾਂ ਕਦੀ ਇਹ ਨਹੀਂ ਕਹਿਣਾ ਕਿ ਨਹੀਂ ਇਹਦੇ ਵਿੱਚ ਤਾਂ ਗੁਰੂ ਦੀ ਝਲਕ ਨਹੀਂ ਪੈਂਦੀ ਤੇ ਪੂਰਾ ਗੁਰਸਿੱਖ ਨਹੀਂ, ਇਹਦਾ ਅਸੀਂ ਅਦਬ ਸਤਿਕਾਰ ਨਹੀਂ ਕਰਾਂਗੇ। ਸੋ ਇਸ ਕਰਕੇ ਕਲਗੀਧਰ ਪਾਤਸ਼ਾਹ ਜੀ ਨੇ ਹੁਕਮ ਕੀਤੇ ਨੇ, ਸੋ ਬੜੇ ਪਿਆਰੇ ਪਿਆਰੇ ਸਤਿਗੁਰਾਂ ਦੇ ਬਚਨ ਮਿਲਦੇ ਨੇ ਸਾਨੂੰ ਰਹਿਤਨਾਮਿਆਂ ਵਿੱਚ। ਸੋ ਇਸ ਤਰ੍ਹਾਂ ਇੱਥੇ ਭਾਈ ਗੁਰਦਾਸ ਜੀ ਜੋ ਜ਼ਿਕਰ ਕਰਦੇ ਕਿ ਗੁਰਮੁਖ ਜਿਹੜੇ ਨੇ ਉਹ ਗੁਰੂ ਦੇ ਸਿੱਖਾਂ ਦੀ ਸੇਵਾ ਕਰਦੇ ਨੇ ਅਤੇ ਗੁਰਮੁਖਾਂ ਨੂੰ ਆਪਣੇ ਮਾਤਾ ਪਿਤਾ ਭੈਣ ਭਰਾ ਭਾਈ ਮਿੱਤਰ ਮੰਨਦੇ ਨੇ, ਕਿਉਂਕਿ ਗੁਰਮੁਖਾਂ ਦਾ ਸੰਸਾਰ ਦੇ ਵਿੱਚ ਬੇਸ਼ੱਕ ਰਿਸ਼ਤਾ ਨਾਤਾ ਹੋਵੇ, ਪਰ ਉਹ ਗੁਰਸਿੱਖਾਂ ਇੱਕੋ ਪਿਆਰ, ਗੁਰਮਿੱਤਾਂ ਪੁੱਤਾਂ ਭਾਈਆਂ। ਸਾਹਿਬ ਬਾਣੀ ਅੰਦਰ ਕਹਿੰਦੇ ਗੁਰਸਿੱਖਾਂ ਦਾ ਪਿਆਰ ਕਿਸ ਤਰ੍ਹਾਂ ਦਾ ਹੈ, ਗੁਰਸਿੱਖਾਂ ਇੱਕੋ ਪਿਆਰ, ਗੁਰਮਿੱਤਾਂ ਪੁੱਤਾਂ ਭਾਈਆਂ। ਸੋ ਜਿਹੜੇ ਗੁਰਮੁਖ ਨੇ ਉਹ ਗੁਰੂ ਕੇ ਸਿੱਖਾਂ ਦਾ ਅਦਬ ਸਤਿਕਾਰ ਕਰਦੇ ਨੇ, ਉਹਨਾਂ ਨੂੰ ਆਪਣੇ ਮਾਤਾ ਪਿਤਾ ਭੈਣਾਂ ਭਰਾ ਮਿੱਤਰਾਂ ਸੰਬੰਧੀਆਂ ਦੀ ਤਰ੍ਹਾਂ ਉਹਨਾਂ ਦੇ ਨਾਲ ਸਨੇਹੋਂ ਕਰਦੇ ਹਨ। ਦੁਰਮਤ ਦੁਬਿਧਾ ਦੂਰ ਕਰ, ਗੁਰਮਤ ਸ਼ਬਦ ਸੁਰਤ ਮਨ ਸਿਤਾ। ਦੁਰਮਤ ਨੂੰ ਅਤੇ ਦੁਬਿਧਾ ਨੂੰ ਦੂਰ ਕਰਦੇ ਨੇ। ਇਹ ਗੁਰਮੁਖਾਂ ਦੇ ਲੱਛਣ ਦੱਸ ਰਹੇ ਨੇ ਭਾਈ ਸਾਹਿਬ ਜੀ ਕਿ ਗੁਰਮੁਖ ਆਪਣੇ ਅੰਦਰੋਂ ਦੁਰਮਤ ਨੂੰ, ਖੋਟੀ ਮਤ ਨੂੰ, ਤੇ ਜਿਹੜੀ ਦੁਬਿਧਾ ਹੈ, ਦਵੈਤ ਭਾਵਨਾ ਜਿਹੜੀ ਹੈ, ਦੁਚਿੱਤਾਪਣ ਜਿਹੜਾ ਹੈ,
ਇਹਨੂੰ ਨਾਸ਼ ਕਰਕੇ, ਇਹਨੂੰ ਜੀਵਨ 'ਚੋਂ ਦੂਰ ਕਰਕੇ ਗੁਰਮਤਿ ਸ਼ਬਦ ਸੁਰਤ ਮਨ ਸਿੱਤਾ, ਗੁਰੂ ਦਾ ਸ਼ਬਦ ਲੈ ਕਰਕੇ, ਗੁਰੂ ਦੀ ਸਿੱਖਿਆ ਲੈ ਕਰਕੇ, ਉਸ ਸ਼ਬਦ ਦੇ ਨਾਲ ਸੁਰਤ ਨੂੰ ਜੋੜ ਕੇ ਮਨ ਸਿੱਤਾ ਆਪਣੇ ਮਨ ਨੂੰ ਸਿਉਂ ਲੈਂਦੇ ਹਨ। ਕਿਉਂਕਿ ਮਨ ਟੁਕੜੇ ਟੁਕੜੇ ਹੋਇਆ ਪਿਆ, ਲੀਰਾਂ ਲੀਰਾਂ ਹੋਇਆ ਪਿਆ। ਜਦੋਂ ਲੀਰਾਂ ਨੂੰ ਸਿਉਂ ਦਿੰਦੇ ਨੇ, ਪਾਟੇ ਹੋਏ ਕੱਪੜੇ ਨੂੰ ਜਦੋਂ ਸੂਈ ਸਿਉਂ ਦਿੰਦੀ ਤੇ ਸੋਹਣੇ ਵਸਤਰ ਬਣ ਜਾਂਦੇ ਨੇ, ਪਹਿਨੇ ਜਾਂਦੇ ਨੇ, ਸੋਹਣਾ ਸ਼ਿੰਗਾਰ ਬਣਦੇ ਨੇ ਤਨ ਦਾ। ਇਸ ਤਰ੍ਹਾਂ ਗੁਰ ਸ਼ਬਦ ਦੇ ਨਾਲ ਆਪਣੇ ਮਨ ਨੂੰ ਸਿਉਂ ਛੱਡਦੇ ਹਨ। ਛੱਡ ਕੋ ਫੱਕੜ ਕੂੜ ਕੋ ਦਿੱਤਾ, ਕੋ ਫੱਕੜ ਖੋਟਾ ਪਾਸਾ ਤੇ ਕੋ ਦਿੱਤਾ ਕਬੁੱਧੀ ਜਿਹੜੀ ਹੈ ਉਹ ਖੋਟਾ ਕੰਮ ਛੱਡ ਦਿੰਦੇ ਨੇ। ਕੂੜੀਆਂ ਹੁਜਤਾਂ ਜਿਹੜੀਆਂ ਕਬੁੱਧੀਆਂ ਜਿਹੜੀਆਂ ਨੇ ਇਹਨਾਂ ਨੂੰ ਫਿਰ ਗੁਰਮੁਖ ਛੱਡ ਦਿੰਦੇ ਹਨ। ਭਾਵ ਉਹ ਕੀ ਕਰਦੇ ਨੇ, ਦੂਜੀ ਛੋੜ ਕੋ ਵਾਟੜੀ ਇੱਕ ਸੌ ਚਿੱਤ ਲਾਏ। ਉਹ ਦਵੈਤ ਭਾਵਨਾ ਕੋ ਵਾਟੜੀਆਂ ਖੋਟੇ ਕੰਮ ਜਿਹੜੇ ਨੇ ਇਹਨਾਂ ਨੂੰ ਛੱਡ ਕੇ ਇੱਕ ਪਰਮਾਤਮਾ ਦੇ ਨਾਲ ਪ੍ਰੀਤ ਕਰਦੇ ਨੇ, ਅਨਿੰਨ ਭਗਤ ਹੋ ਜਾਂਦੇ ਨੇ ਮਾਲਕ ਦੇ। ਆਪਣੇ ਹੱਠ ਨੂੰ ਛੱਡ ਕੇ ਈਸ਼ਵਰ ਦੇ ਗੁਣਾਂ ਨੂੰ ਧਾਰਨ ਕਰਦੇ, ਭਾਣੇ ਨੂੰ ਮੰਨ ਕੇ ਪ੍ਰਸੰਨ ਰਹਿੰਦੇ ਨੇ। ਇੰਜ ਇੰਦਰੀ ਜਿੱਤ ਹੁੰਦੇ ਨੇ, ਨਿਮਰੀ ਭੂਤ ਹੁੰਦੇ ਹਨ, ਸ਼ਬਦ ਅਭਿਆਸੀ ਹੁੰਦੇ ਹਨ, ਸਤ ਸੰਗੀਆਂ ਦੇ ਨਾਲ ਪ੍ਰੇਮ ਤੇ ਉਜਲ ਮੱਤ ਧਾਰਨ ਕਰਨ ਵਾਲੇ ਹੁੰਦੇ ਨੇ, ਜਿਹੜੇ ਗੁਰਮੁਖ ਪਿਆਰੇ ਹੁੰਦੇ ਨੇ, ਜਿਨ੍ਹਾਂ ਨੂੰ ਆਪਾਂ ਪਿਆਰ ਨਾਲ ਕਹਿੰਦੇ ਜੀ ਇਹ ਗੁਰਮੁਖ ਪਿਆਰੇ ਹਨ। ਇਹ ਉਹਨਾਂ ਦੇ ਲੱਛਣ ਭਾਈ ਸਾਹਿਬ ਨੇ ਜ਼ਿਕਰ ਕੀਤੇ। ਅੱਗੇ ਤੀਜੀ ਪੌੜੀ 'ਚ ਦ੍ਰਿਸ਼ਟਾਂਤ ਦਿੰਦੇ ਨੇ, ਜਿਹੜੇ ਸਹਿਚਾਰੀ ਹਨ ਗੁਰਸਿੱਖ, ਜਿਨ੍ਹਾਂ ਦੇ ਅੰਦਰ ਬਹੁਤ ਸਹਿਜ ਅਵਸਥਾ, ਸੋਹਣਾ ਆਚਰਣ ਜਿਨ੍ਹਾਂ ਦਾ, ਉਹ ਕੀ ਹੈ, ਆਪਣੇ ਆਪਣੇ ਵਰਨ ਵਿੱਚ ਚਾਰ ਚਰਨ ਕੁਲ ਧਰਮ ਧਰੰਦੇ। ਤੀਜੀ ਪੌੜੀ 'ਚ ਜ਼ਿਕਰ ਕਰਦੇ ਨੇ ਚਾਰ ਵਰਨ ਦੇ ਲੋਕ ਨੇ, ਖੱਤਰੀ ਬ੍ਰਾਹਮਣ ਸ਼ੂਦ ਵੈਸ਼, ਚਾਰ ਵਰਨ ਜਿਹੜੇ ਬਣੇ। ਇਹ ਚਾਰੇ ਵਰਨਾਂ ਦੇ ਲੋਕ ਜਿਹੜੇ ਨੇ ਆਪਣੇ ਆਪਣੇ ਧਰਮ ਦੇ ਵਿੱਚ ਰਹਿ ਕਰਕੇ ਫਿਰ ਚਾਰ ਚਰਨ ਜਿਹੜੇ ਨੇ, ਚਾਰ ਕੁੱਲਾਂ ਜਿਹੜੀਆਂ ਨੇ ਇਹਨਾਂ ਦੀਆਂ, ਸੋ ਆਪਣੀ ਆਪਣੀ ਕੁੱਲ ਦੇ ਵਿੱਚ ਰਹਿ ਕਲ ਕੇ ਕੁੱਲ ਧਰਨ ਧਰੰਦੇ। ਜੋ ਵੀ ਕਿਸੇ ਕੁੱਲ ਦਾ ਧਰਮ ਹੈ, ਹਾਲਾਂਕਿ ਆਪਾਂ ਪਹਿਲੀ ਵਾਰ ਦੇ ਵਿੱਚ ਇਹਨਾਂ ਸਾਰਿਆਂ ਦਾ ਵਰਣਨ ਕੀਤਾ ਸੀ ਭਾਈ ਸਾਹਿਬ ਜੀ ਨੇ, ਕਿਹੜੀ ਕਿਹੜੀ ਕੁੱਲ ਕਿਹੜੇ ਕਿਹੜੇ ਦੇਵਤੇ ਨੂੰ ਪੂਜਦੀ, ਕਿਹੜੇ ਯੁੱਗ ਦੇ ਵਿੱਚ ਕਿਹੜਾ ਦੇਵਤਾ ਪ੍ਰਧਾਨ ਸੀ, ਕਿਹੜਾ ਗ੍ਰੰਥ ਪ੍ਰਧਾਨ ਸੀ, ਕਿਹੜੀ ਦਿਸ਼ਾ ਪ੍ਰਧਾਨ ਸੀ। ਸੋ ਆਪਾਂ ਪਿਛਲੇ ਦੀਵਾਨਾਂ ਵਿੱਚ ਸਰਵਣ ਕੀਤਾ ਹੈ। ਸੋ ਇੱਥੇ ਇਸ਼ਾਰਾ ਇਹ ਕਰਦੇ ਨੇ ਕਿ ਜਿਸ ਵੀ ਕੁੱਲ ਦੇ ਵਿੱਚ ਰਹਿੰਦੇ ਨੇ ਚਾਰੇ ਵਰਨਾਂ ਦੇ ਲੋਕ, ਖੱਤਰੀ ਆਪਣੀ ਕੁੱਲ ਦੇ ਵਿੱਚ ਜੋ ਦਾ ਧਰਮ ਹੈ, ਜੋ ਉਹਦੇ ਰੀਤੀ ਰਿਵਾਜ ਨੇ ਉਹਨਾਂ ਨੂੰ ਧਾਰਨ ਕਰਦਾ ਹੈ। ਬ੍ਰਾਹਮਣ ਆਪਣੀ ਕੁੱਲ ਦੇ ਵਿੱਚ ਰਹਿੰਦਾ ਹੈ, ਆਪਣੀ ਕੁੱਲ ਦੇ ਧਰਮ ਗੁਰੂ ਦਾ ਉਪਦੇਸ਼ ਲੈਂਦਾ ਹੈ, ਜੋ ਉਹਦੀ ਧਰਮ ਦੇ ਉਹਨੂੰ ਉਹਦੀ ਕੁੱਲ ਦੇ ਆਚਰਣ ਚੱਜ ਰੀਤਾਂ ਰਸਮਾਂ ਉਹਨੂੰ ਦਿੱਤੀਆਂ ਗਈਆਂ ਉਹਨਾਂ ਨੂੰ ਧਾਰਨ ਕਰਦਾ ਹੈ। ਛੇ ਦਰਸ਼ਨ ਛੇ ਸ਼ਾਸਤਰ ਗੁਰ ਗੁਰ ਮਤ ਖਟ ਕਰਮ ਕਰੰਦੇ। ਫਿਰ 6 ਦਰਸ਼ਨ ਤੇ 6 ਸ਼ਾਸਤਰ, ਜਿਹਨੂੰ ਸੋਹਿਲਾ ਸਾਹਿਬ ਦੀ ਬਾਣੀ ਅੰਦਰ ਆਪਾਂ ਪੜ੍ਹਦੇ 6 ਘਰ 6 ਗੁਰ 6 ਉਪਦੇਸ਼, ਗੁਰ ਗੁਰ ਏਕੋ ਵੇਸ ਅਨੇਕ। ਸੋ ਇਸ ਤਰ੍ਹਾਂ 6 ਦਰਸ਼ਨ ਤੇ 6 ਸ਼ਾਸਤਰ, ਭਾਵ ਖਟ ਦਰਸ਼ਨ ਸਾਧੂ ਸਮਾਜ, ਫਿਰ 6 ਸ਼ਾਸਤਰ ਤੇ ਇਹਨਾਂ 6 ਸ਼ਾਸਤਰਾਂ ਦੇ ਉਚਾਰਨ ਕਰਨ ਵਾਲੇ ਜਿਹੜੇ ਵੱਖ-ਵੱਖ ਗੁਰੂ, ਉਹਨਾਂ ਦੇ ਉਪਦੇਸ਼ ਜਿਹੜੇ ਨੇ ਉਹਨਾਂ ਨੂੰ ਲੈ ਕਰਕੇ ਖਟ ਕਰਮ, ਭਾਵ ਕਿ ਖਟ ਕਰਮ ਕਰਨ ਦੇ ਗੁਰ ਗੁਰ ਮਤ 6 ਗੁਰੂ, ਇਹਨਾਂ ਨੂੰ ਵੱਖ-ਵੱਖ ਨੂੰ ਧਾਰਨ ਕਰਕੇ ਜਿਹਨੇ ਜੋ ਚੰਗਾ ਲੱਗਦਾ ਉਹਨੂੰ ਧਾਰਨ ਕਰਕੇ ਫਿਰ ਜਿਹੜੇ ਖਟ ਕਰਮ ਉਹਨਾਂ ਨੂੰ ਦੱਸੇ ਜਾਂਦੇ ਨੇ, ਜਪ ਕਰਨਾ, ਹੋਮ ਕਰਨਾ, ਸੰਧਿਆ ਕਰਨੀ, ਇਸ਼ਨਾਨ, ਅਤਿਥੀ ਪੂਜਾ, ਦੇਵ ਅਰਚਾ, ਇਹ ਸਭ ਆ ਜਿਹੜੇ ਖਟ ਕਰਮ ਨੇ ਇਹਨਾਂ ਨੂੰ ਫਿਰ ਭਾਵਨਾ ਦੇ ਨਾਲ ਜੋ ਸ਼ਾਸਤਰਾਂ 6 ਸ਼ਾਸਤਰਾਂ ਨੇ ਦੱਸੇ ਨੇ ਇਹਨਾਂ ਨੂੰ ਫਿਰ ਇਹ ਲੋਕ ਕਰਦੇ ਹਨ। ਆਪਣੇ ਆਪਣੇ ਸਾਹਿਬ ਹੈ ਚਾਕਰ ਜਾਏ ਜੁਹਾਰ ਜੁੜੰਦੇ, ਜੁਹਾਰ ਭਾਵ ਬੰਦਗੀ ਕਰਨੀ। ਸੋ ਇਸ ਤਰ੍ਹਾਂ ਆਪਣੇ ਆਪਣੇ ਸਾਹਿਬ ਦੇ ਕੋਲ ਜਾ ਕਰ ਕੇ, ਮਾਲਕ ਦੇ ਕੋਲ ਜਾ ਕਰਕੇ ਚਾਕਰੀ ਕਰਦੇ ਨੇ, ਸੇਵਾ ਕਰਦੇ ਨੇ ਤੇ ਜੁਹਾਰ ਹੱਥ ਜੋੜ ਕੇ ਨਮਸਕਾਰ ਕਰਦੇ ਨੇ, ਬੰਦਗੀ ਕਰਦੇ ਨੇ, ਅਰਦਾਸ ਕਰਦੇ ਹਨ। ਆਪਣੇ ਆਪਣੇ ਵਣਜ ਵਿੱਚ ਵਾਪਾਰੀ ਵਾਪਾਰ ਰਚੰਦੇ। ਵਪਾਰੀ ਜਿਹੜੇ ਨੇ ਉਹ ਆਪਣੇ ਆਪਣੇ ਵਪਾਰ ਦੇ ਵਿੱਚ ਰਚੇ ਹੋਏ ਨੇ। ਹਰ ਵਪਾਰੀ ਆਪਣੇ ਵਪਾਰ ਦੇ ਵਿੱਚ ਰਚਿਆ, ਉਹਨੂੰ ਦੂਜੇ ਦੇ ਵਪਾਰ ਨਾਲ ਬਹੁਤਾ ਮਤਲਬ ਨਹੀਂ। ਉਹਦੀ ਸੁਰਤੀ ਬਿਰਤੀ ਜਿਹੜੀ ਹੈ ਉਹ ਆਪਣੇ ਵਪਾਰ ਦੇ ਵਿੱਚ ਹੈ। ਦੁਕਾਨਾਂ ਵਾਲੇ ਦੇਖਦੇ ਹਾਂ ਉਹਨੂੰ ਆਪਣੀ ਦੁਕਾਨ, ਆਪਣੇ ਵਿਵਹਾਰ ਨਾਲ ਮਤਲਬ, ਸਾਹਮਣੇ ਵਾਲੀ ਦੁਕਾਨ 'ਤੇ ਕੀ ਵਿਕਦਾ ਕਿ ਨਹੀਂ ਉਹਦੇ ਨਾਲ ਉਹਨੂੰ ਬਹੁਤਾ ਨਹੀਂ।
ਆਪਣੀ ਦੁਕਾਨ ਦੇ ਵਪਾਰ ਦੇ ਵਿੱਚ ਉਹ ਪੂਰਾ ਖੁੱਭਿਆ ਰਹਿੰਦਾ। ਸੋ ਇਸ ਤਰ੍ਹਾਂ ਫਿਰ ਭਾਈ ਸਾਹਿਬ ਇੱਕ ਹੋਰ ਦਲੀਲ ਦਿੰਦੇ, ਆਪਣੇ ਆਪਣੇ ਖੇਤ ਵਿੱਚ ਬੀਓ ਸਭੈ ਕਿਰਸਾਨ ਬੀਜੰਦੇ। ਆਪਣੇ ਆਪਣੇ ਖੇਤ ਦੇ ਵਿੱਚ ਜਿਵੇਂ ਸਾਰੇ ਕਿਸਾਨ ਬੀਜਦੇ ਨੇ ਤੇ ਆਪਣੇ ਆਪਣੇ ਖੇਤ ਵਿੱਚ ਬੀਜਦੇ ਨੇ। ਹਾਂ, ਪਿਆਰ ਦੇ ਨਾਲ ਰਿਸ਼ਤੇਦਾਰੀ ਵੰਗਾਰ ਕੱਢਦੇ ਹਾਂ, ਆਪਾਂ ਦੂਜੇ ਦੇ ਖੇਤ ਵਿੱਚ ਉਹਦੀ ਮਦਦ ਕਰ ਦਿੰਦੇ ਹਾਂ, ਪਰ ਇਹ ਨਹੀਂ ਕਦੀ ਕਹਿੰਦੇ ਵੀ ਹਾਂ ਅਸੀਂ ਆਪਦੀ ਫਸਲ ਤੇਰੇ ਖੇਤ 'ਚ ਬੀਜ ਲੈਂਦੇ ਹਾਂ। ਹਾਂ, ਠੇਕੇ 'ਤੇ ਪੈਲੀ ਲਈ ਹੋਵੇ ਗੱਲ ਵੱਖਰੀ ਹੈ, ਪਰ ਆਪਣੇ ਆਪਣੇ ਖੇਤ ਦੇ ਵਿੱਚ ਕਿਸਾਨ ਆਪਣੇ ਆਪਣੇ ਬੀਜ ਬੀਜਦਾ, ਆਪਣੀ ਫਸਲ ਬੀਜਦਾ, ਆਪ ਉਹਨੂੰ ਵੱਢਦਾ ਹੈ। ਇਸ ਤਰ੍ਹਾਂ ਸਭੈ ਕਿਰਸਾਨ, ਸਾਰੇ ਕਿਸਾਨ ਇੰਜ ਕਰਦੇ ਹਨ। ਕਾਰੀਗਰਾਂ ਕਾਰਖਾਨੇ ਵਿੱਚ ਜਾਏ ਮਿਲੰਦੇ। ਤੇ ਕਾਰੀਗਰ ਜਿਹੜੇ ਨੇ ਉਹ ਕਾਰੀਗਰਾਂ ਨੂੰ ਕਾਰਖਾਨਿਆਂ 'ਚ ਜਾ ਕੇ ਮਿਲਦੇ ਨੇ। ਜਦੋਂ ਕਾਰਖਾਨੇ 'ਚ ਸਵੇਰੇ ਡਿਊਟੀ 'ਤੇ ਕਾਰੀਗਰ ਜਾਂਦੇ ਨੇ, ਉਹਨਾਂ ਨੂੰ ਅੱਗੋਂ ਸਾਰੇ ਕਾਰੀਗਰ ਹੀ ਮਿਲਦੇ ਨੇ। ਇੱਕ ਵਰਕਸ਼ਾਪ ਵਿੱਚ ਜਿੰਨੇ ਬੰਦੇ ਕੰਮ ਕਰ ਰਹੇ ਸਾਰੇ ਕਾਰੀਗਰ ਹੀ ਨੇ। ਇਹ ਥੋੜ੍ਹੀ ਵੀ ਇੱਕ ਕਾਰੀਗਰ ਆਇਆ ਅਤੇ ਉਹਨੂੰ ਅੱਗੇ ਕੋਈ ਸੁਨਾਰ ਮਿਲ ਗਿਆ, ਕੋਈ ਲੁਹਾਰ ਮਿਲ ਗਿਆ, ਕੋਈ ਸਬਜ਼ੀ ਵੇਚਣ ਵਾਲਾ ਮਿਲ ਗਿਆ, ਕੋਈ ਕੱਪੜਾ ਵੇਚਣ ਵਾਲਾ ਮਿਲ ਗਿਆ। ਕਾਰਖਾਨੇ 'ਚ ਜਾਓਗੇ ਤੁਹਾਨੂੰ ਸਾਰੇ ਕਾਰੀਗਰ ਹੀ ਮਿਲਣਗੇ। ਸੋ ਇਸ ਤਰ੍ਹਾਂ ਕਾਰੀਗਰ ਜਿਹੜੇ ਨੇ ਉਹ ਜਦੋਂ ਆਪਣੇ ਕੰਮ 'ਤੇ ਜਾਂਦੇ ਉਹਨਾਂ ਨੂੰ ਕਾਰੀਗਰ ਹੀ ਮਿਲਦੇ ਹਨ। ਸਾਧ ਸੰਗਤ ਗੁਰ ਸਿੱਖ ਪੂਜੰਦੇ। ਇਸ ਤਰ੍ਹਾਂ ਗੁਰੂ ਕੇ ਸਿੱਖ ਜਿਹੜੇ ਨੇ ਉਹ ਸਾਧ ਸੰਗਤ ਵਿੱਚ ਪਹੁੰਚਦੇ ਨੇ। ਇਸ ਪੌੜੀ ਦੇ ਵਿੱਚ ਭਾਈ ਸਾਹਿਬ ਨੇ ਜੋ ਭਾਵ ਅਰਥ ਦਿੱਤੇ, ਮੈਂ ਇਸ਼ਾਰਾ ਮਾਤਰ ਕਵਾਂ ਕਿ ਚਾਰੇ ਵਰਨਾਂ ਦੇ ਲੋਕ ਆਪਣੀ ਆਪਣੀ ਕੁੱਲ ਦੇ ਰੀਤੀ ਰਿਵਾਜ਼ਾਂ ਨੂੰ ਧਾਰਨ ਕਰਨ ਚਲੇ ਜਾਂਦੇ ਨੇ। ਫਿਰ 6 ਦਰਸ਼ਨ 6 ਸ਼ਾਸਤਰਾਂ ਨੂੰ ਮੰਨਣ ਵਾਲੇ, 6 ਗੁਰੂਆਂ ਦੇ ਉਪਦੇਸ਼ ਮੁਤਾਬਕ 6 ਕਰਮਾਂ ਨੂੰ ਕਰਨ ਵਾਲੇ ਪਾਸੇ ਖਚਿਤ ਹੋ ਜਾਂਦੇ ਨੇ। ਫਿਰ ਜਿਹੜੇ ਮਾਲਕ ਨੂੰ ਗੁਰੂ ਨੂੰ ਮੰਨਦੇ ਨੇ ਉਹ ਉਹਦੀ ਬੰਦਗੀ ਸਾਹਿਬੀ ਚਾਕਰੀ ਕਰਨ ਦੇ ਵਾਲੇ ਪਾਸੇ ਵਿੱਚ ਖਚਿਤ ਹੋ ਜਾਂਦੇ ਨੇ। ਸੋ ਇਸ ਤਰ੍ਹਾਂ ਫਿਰ ਵਪਾਰੀ ਵਪਾਰ ਵਿੱਚ ਜੁੜੇ ਰਹਿੰਦੇ ਨੇ, ਕਿਰਸਾਨ ਕਿਰਸਾਨੀ 'ਚ ਜੁੜੇ ਰਹਿੰਦੇ ਨੇ, ਕਾਰੀਗਰਾਂ ਨੂੰ ਕਾਰਖਾਨੇ 'ਚ ਕਾਰੀਗਰ ਮਿਲ ਜਾਂਦੇ ਨੇ। ਤੇ ਜਿਹੜੇ ਗੁਰੂ ਕੇ ਸਿੱਖ, ਜਿਹੜੇ ਸਤਿਪੁਰਖ ਗੁਰਮੁਖ ਹਨ, ਉਹ ਫਿਰ ਕਿੱਥੇ ਜਾਂਦੇ? ਸਾਧ ਸੰਗਤ ਗੁਰ ਸਿੱਖ ਪੂਜੰਦੇ। ਗੁਰੂ ਕੇ ਸਿੱਖ ਜਿਹੜੇ ਨੇ ਉਹ ਸਾਧ ਸੰਗਤ ਵਿੱਚ ਪਹੁੰਚਦੇ ਨੇ ਤੇ ਅੱਗੇ ਉਹਨਾਂ ਨੂੰ ਫਿਰ ਗੁਰਸਿੱਖ ਮਿਲਦੇ ਨੇ। ਵਪਾਰੀ ਵਪਾਰ ਵਿੱਚ ਖਚਿਤ ਹੈ, ਗੁਰਸਿੱਖ ਗੁਰੂ ਕੀ ਸੰਗਤ ਵਿੱਚ ਖਚਿਤ ਰਹਿੰਦਾ। ਕਿਰਸਾਨ ਕਿਰਸਾਨੀ ਬੀਜ ਬੀਜਦਾ, ਗੁਰਸਿੱਖ ਜਿਹੜਾ ਸੰਗਤ ਵਿੱਚ ਬਹਿ ਕੇ ਨਾਮ ਦੇ ਬੀਜ ਬੀਜਦਾ। ਸੋ ਇਸ ਤਰ੍ਹਾਂ ਕਾਰਖਾਨੇ 'ਚ ਕਾਰੀਗਰ ਮਿਲਦੇ, ਸਤ ਸੰਗਤ ਦੇ ਵਿੱਚ ਸਤ ਸੰਗੀ ਮਿਲਦੇ ਹਨ। ਸੋ ਇਸ ਤਰ੍ਹਾਂ ਗੁਰਮੁਖ ਜਿਹੜੇ ਨੇ ਇਹ ਸਾਰੇ ਜੀਵਨ ਨੂੰ ਅਪਣਾਉਂਦੇ ਹਨ। ਚੌਥੀ ਪੌੜੀ ਦੇ ਵਿੱਚ ਫਿਰ ਦ੍ਰਿਸ਼ਟਾਂਤ ਦੇ ਕੇ ਬੜਾ ਪਿਆਰਾ ਸਮਝਾਉਂਦੇ ਨੇ। ਅਮਲੀ ਰਚਨ ਅਮਲੀਆਂ, ਸੋਫੀ ਸੋਫੀ ਮੇਲ ਕਰਨ ਦੇ। ਨਿਸ਼ਈ ਨਿਸ਼ਈਆਂ ਨਾਲ ਰਚਦੇ ਨੇ ਤੇ ਸੂਫੀ ਸੂਫੀਆਂ ਨਾਲ ਮੇਲ ਕਰਦੇ ਨੇ। ਅਮਲੀ ਦੀ ਅਮਲੀ ਨਾਲ ਬਣੇਗੀ, ਅਮਲੀ ਨੂੰ ਅਮਲ ਦੀਆਂ ਘੋੜੀਆਂ। ਅਮਲੀ ਜਿਹੜਾ ਨਿਸ਼ਈ ਦੀ ਨਿਸ਼ਈ ਨਾਲ ਹੀ ਬਣੇਗੀ, ਉਹਦੀ ਸੌਫੀ ਨਾਲ ਨਹੀਂ ਬਣਦੀ। ਤੇ ਸੌਫੀ ਦੀ ਹਮੇਸ਼ਾ ਸੌਫੀ ਨਾਲ ਬਣੇਗੀ, ਉਹਦੀ ਬਹੁਤੀ ਨਿਸ਼ਈ ਨਾਲ ਨਹੀਂ ਬਣਦੀ। ਸੋ ਇਸ ਤਰ੍ਹਾਂ ਇਹ ਇੱਕ ਦੂਜੇ ਦੇ ਨਾਲ ਮੇਲ ਕਰਦੇ ਹਨ। ਜੁਆਰੀ ਜੁਆਰੀਆਂ, ਵੇ ਕਰਮੀ ਵੇ ਕਰਮ ਰਚੰਦੇ। ਤੇ ਜਿਹੜੇ ਜੁਆਰੀਏ ਨੇ ਉਹ ਜੁਆਰੀਆਂ ਦੇ ਨਾਲ ਖੋਟੇ ਕੰਮ ਕਰਨ ਦੇ ਵਿੱਚ ਖਚਤ ਰਹਿੰਦੇ ਹਨ, ਖੋਟੇ ਕੰਮ ਕਰਦੇ ਹਨ ਤੇ ਇਸ ਤਰ੍ਹਾਂ ਕਰਨ ਵਾਲਿਆਂ ਦੇ ਨਾਲ ਹੀ ਰਹਿੰਦੇ ਨੇ। ਚੋਰ ਹਮੇਸ਼ਾ ਚੋਰਾਂ ਨਾਲ ਹੀ ਰਹੇਗਾ, ਉਹ ਬਹੁਤਾ ਸਾਧਾਂ ਦੇ ਨਾਲ ਨਹੀਂ ਰਹੇਗਾ। ਹਾਂ, ਚੋਰੀ ਕਰਨ ਵਾਸਤੇ ਵੀ ਚਲੋ ਸਾਧ ਦੀ ਜੇਬ 'ਚੋਂ ਵੀ ਕੱਢ ਲਈਏ ਜੋ ਕੁਝ ਹੈਗਾ, ਉਹ ਝੱਟ ਘੜੀ ਸਤ ਸੰਗਤ ਦੇ ਵਿੱਚ ਵੀ ਚੋਰ ਜਾਂਦਾ ਹੈ। ਪਰ ਤਰਾਸਦੀ ਕਿ ਕਮਾਲ ਦੀ ਗੱਲ ਹੈ, ਦੁਨੀਆ ਦੇ ਚੌਂਕਾਂ ਅੱਡਿਆਂ 'ਤੇ ਇਹ ਲਿਖਿਆ ਜਾਵੇ ਕਿ ਜੇਬ ਕਤਰਿਆਂ ਤੋਂ ਸਾਵਧਾਨ ਗੱਲ ਫੱਬਦੀ, ਪਰ ਧਰਮ ਸਥਾਨਾਂ ਦੇ ਉੱਤੇ, ਗੁਰੂ ਘਰਾਂ ਦੇ ਵਿੱਚ, ਮੰਦਰਾਂ ਮਸਜਿਦਾਂ ਦੇ ਵਿੱਚ ਜਦੋਂ ਇਹ ਗੱਲ ਲਿਖੀ ਜਾਂਦੀ ਜੇਬ ਕਤਰਿਆਂ ਤੋਂ ਸਾਵਧਾਨ, ਤੇ ਬੜਾ ਸੋਚਣਾ ਪੈਂਦਾ ਹੈ ਕਿ ਜੇ ਇੱਥੇ ਆ ਕੇ ਵੀ ਦੁਨੀਆ ਚੋਰੀਆਂ ਨਹੀਂ ਛੱਡਦੀ ਤੇ ਫਿਰ ਕਿਹੜੇ ਜਹਾਨੇ ਛੱਡੇਗੀ। ਸੋ ਖੈਰ, ਇਸ ਲਈ ਭਾਈ ਸਾਹਿਬ ਜੀ ਇੱਥੇ ਕਹਿੰਦੇ ਨੇ ਜਿਹੜੇ ਜੁਆਰੀ ਨੇ ਉਹ ਜੁਆਰੀਆਂ ਨਾਲ ਖਚਿਤ ਪਚਿਤ ਰਹਿੰਦੇ ਨੇ ਤੇ ਵਿਕਰਮੀ ਖੋਟੇ ਕਰਮ ਕਰਨ ਵਾਲੇ ਜਿਹੜੇ ਉਹ ਖੋਟੇ ਕੰਮ ਕਰਨ ਵਾਲਿਆਂ ਨਾਲ ਹੀ ਦਿਨ ਰਾਤ ਤੁਰੇ ਰਹਿੰਦੇ ਹਨ। ਚੋਰਾ ਚੋਰਾ ਪਿਰਹੜੀ, ਠੱਗ ਠੱਗ ਮਿਲ ਦੇਸ ਠਗੰਦੇ। ਚੋਰਾਂ ਦੀ ਚੋਰਾਂ ਨਾਲ ਪ੍ਰੀਤ ਹੈ ਤੇ ਠੱਗਾਂ ਨੂੰ ਠੱਗ ਮਿਲ ਕੇ ਦੇਸ਼ ਠਗੰਦੇ, ਸਾਰੇ ਦੇਸ਼ ਨੂੰ ਹੀ ਠੱਗ ਜਾਂਦੇ ਨੇ। ਅੱਜ ਵੀ ਵੇਖੀਏ ਤਾਂ ਸਾਰੇ ਮੁਲਕ ਨੂੰ ਠੱਗਣ ਵਾਲੇ ਠੱਗ ਹੀ ਇਕੱਠੇ ਹੋਏ ਨੇ, ਸਾਧੂ ਤੇ ਇਹਨਾਂ 'ਚ ਕੋਈ ਵੀ ਨਹੀਂ, ਤਾਂ ਹੀ ਤੇ ਮੁਲਕ ਠੱਗਿਆ ਗਿਆ ਚੰਗੀ ਤਰ੍ਹਾਂ। ਸੋ ਇਸ ਤਰ੍ਹਾਂ
ਜਦੋਂ ਵੀ ਠੱਗਿਆ ਜਾਂਦਾ ਹੈ ਕਿਸੇ ਨੂੰ ਤੇ 1 2 4 ਠੱਗ ਆਪਸ 'ਚ ਰਲ ਕੇ ਸਲਾਹ ਮਸ਼ਵਰਾ ਕਰਦੇ ਨੇ। ਸੋ ਇਸ ਤਰ੍ਹਾਂ ਭਾਵ ਭਾਈ ਸਾਹਿਬ ਜੀ ਦਾ ਕਿ ਠੱਗ ਠੱਗਾਂ ਨੂੰ ਮਿਲ ਕੇ, ਠੱਗੈ ਸੇਤੀ ਠੱਗ ਰਲ ਆਇਆ, ਸਾਥ ਵੀ ਇੱਕੋ ਜਿਹਾ। ਸਾਹਿਬ ਨੇ ਬਾਣੀ 'ਚ ਕਿਹਾ ਠੱਗੈ ਸੇਤੀ ਠੱਗ ਰਲ ਆਇਆ, ਸਾਥ ਵੀ ਇੱਕੋ ਜਿਹਾ। ਸੋ ਠੱਗ ਠੱਗਾਂ ਨਾਲ ਮਿਲ ਕੇ ਫਿਰ ਲੋਕਾਂ ਨੂੰ, ਦੁਨੀਆ ਨੂੰ ਠੱਗਦੇ ਹਨ। ਮਸਕਰੇ ਆ ਮਿਲ ਮਸਕਰੇ, ਚੁਗਲਾ ਚੁਗਲ ਉਹ ਮਾਹਿ ਮਿਲੰਦੇ। ਜਿਹੜੇ ਮਸਕਰੀਆਂ ਕਰਨ ਵਾਲੇ ਨੇ ਉਹਨਾਂ ਨੂੰ ਮਸਕਰੇ ਮਿਲਦੇ ਨੇ, ਮਸਕਰੀਆਂ ਜੀਆਂ ਕਰਦੇ ਨੇ ਕਈ ਲੋਕ। ਇੱਕ ਮਜ਼ਾਕ ਹੁੰਦਾ ਹੈ, ਹਾਸਾ ਠੱਠਾ ਹੁੰਦਾ ਹੈ, ਉਹ ਇੱਕ ਅਲੱਗ ਚੀਜ਼ ਹੁੰਦੀ। ਇੱਕ ਮਸ਼ਕਰੀ ਜੀ ਕਰਨੀ ਜਿਹੜੀ ਹੈ, ਭਾਵ ਗੱਲ ਨੂੰ ਨਾ ਪੂਰੇ ਹਾਸੇ ਦੇ ਵਿੱਚ ਗੱਲ ਹੁੰਦੀ ਹੈ, ਨਾ ਉਹ ਤਾਨੇ ਰੂਪ ਦੇ ਵਿੱਚ ਹੁੰਦੀ ਹੈ, ਮਿਕਸ ਜੀ ਗੱਲ ਵਿੱਚੇ ਹੀ, ਜਿਵੇਂ ਆਪਾਂ ਕਹਿ ਲਈਏ ਥੋੜ੍ਹਾ ਜਿਹਾ ਕਟਾਕਸ਼ ਕਰ ਦੇਣਾ, ਥੋੜ੍ਹਾ ਜਿਹਾ ਕਿਸੇ ਦੇ ਉੱਤੇ ਨਿਸ਼ਾਨਾ ਵੀ ਵਿੰਨ ਦੇਣਾ। ਸੋ ਇਸ ਤਰ੍ਹਾਂ ਨਾਲ ਥੋੜ੍ਹਾ ਜਿਹਾ ਮਜ਼ਾਕ ਵੀ ਕਰ ਦੇਣਾ। ਉਹ ਖਸਰਾ ਜਿਹਾ ਹਾਸਾ, ਪੰਜਾਬੀ ਦਾ ਇੱਕ ਸ਼ਬਦ ਹੈ ਖਸਰਾ ਜਿਹਾ ਹਾਸਾ ਹੱਸਣਾ। ਸੋ ਇਸ ਤਰ੍ਹਾਂ ਮਸ਼ਕਰੀ ਜੀ ਕਰਕੇ, ਟਿੱਚਰ ਜੀ ਸ਼ਬਦ ਆਪਾਂ ਵਰਤ ਲਈਏ ਤਾਂ ਟਿੱਚਰ ਜੀ ਕਰ ਦਿੰਦੇ ਨੇ। ਸੋ ਇਸ ਤਰ੍ਹਾਂ ਦੇ ਲੋਕ ਜਿਹੜੇ ਹੁੰਦੇ ਨੇ, ਉਹਨਾਂ ਦਾ ਉਹਨਾਂ ਨਾਲ ਹੀ ਸਾਥ ਹੁੰਦਾ ਹੈ ਜਿਹੜੇ ਉਹਨਾਂ ਨੂੰ ਟਿੱਚਰਾਂ ਕਰਦੇ ਨੇ। ਆਮ ਕੋਈ ਟਿੱਚਰ ਕਰੇ ਨਾ, ਆਪਾਂ ਕਹਿ ਦਿੰਦੇ ਭਾਈ ਦੇਖ, ਹਾਸਾ ਮਜ਼ਾਕ ਇੱਕ ਪਾਸੇ ਰਿਹਾ, ਅਸੀਂ ਤੈਨੂੰ ਟੀਚਰ ਨਹੀਂ ਕੀਤੀ ਕਦੀ, ਤੂੰ ਸਾਨੂੰ ਨਹੀਂ ਕਰ ਸਕਦਾ। ਸੋ ਹੱਸਣਾ ਖੇਡਣਾ ਜਿਹੜਾ ਹੈ ਉਹ ਇੱਕ ਅਲੱਗ ਵਿਸ਼ਾ ਹੈ। ਪਰ ਜਿਹੜੀ ਟੀਚਰ ਕਰਨੀ ਹੈ ਨਾ, ਪੰਜਾਬੀ ਦਾ ਸ਼ਬਦ ਹੈ ਮੈਂ ਵਰਤ ਰਿਹਾ, ਇਹ ਆਮ ਇਹਨੂੰ ਸੰਸਾਰ ਦੇ ਵਿੱਚ ਮਾੜਾ ਹੀ ਕਿਹਾ ਜਾਂਦਾ ਹੈ। ਇਸ ਕਰਕੇ ਭਾਈ ਸਾਹਿਬ ਜੀ ਨੇ ਇੱਥੇ ਵਰਤਿਆ ਹੈ ਕਿ ਮਸਕਰਿਆਂ ਮਿਲ ਮਸਕਰੇ, ਜਿਹੜੇ ਮਸਕਰੀਆਂ ਕਰਨ ਵਾਲੇ ਉਹ ਮਸਕਰਿਆਂ ਨੂੰ ਮਿਲਦੇ, ਤੇ ਚੁਗਲਾ ਚੁਗਲ ਉਹ ਮਾਹੇ ਮਿਲਣ। ਚੁਗਲਾਂ ਨੂੰ ਚੁਗਲ ਜਿਹੜੇ ਨੇ ਬੜੀ ਖੁਸ਼ੀ ਨਾਲ ਮਿਲਦੇ ਨੇ। ਚੁਗਲ ਨੂੰ ਵੇਖ ਕੇ ਦੂਜੇ ਚੁਗਲ ਨੂੰ ਚਾਅ ਚੜ੍ਹ ਜਾਂਦਾ ਵੀ ਚਲੋ ਆ ਗਿਆ, ਹੁਣ ਘੰਟੇ 2 ਲੰਘ ਜਾਣਗੇ, ਕਿਉਂਕਿ ਉਹਦੀ ਤੇ ਖੁਰਾਕ ਹੀ ਇਹ ਹੈ। ਜਿਵੇਂ ਭੁੱਖੇ ਨੂੰ ਭੋਜਨ ਵੇਖ ਕੇ ਚਾਅ ਚੜ੍ਹਦਾ, ਪਿਆਸੇ ਨੂੰ ਪਾਣੀ ਵੇਖ ਕੇ ਚਾਅ ਚੜ੍ਹਦਾ, ਚੁਗਲਖੋਰ ਹੁਣ ਕੱਲਾ ਕੰਧਾਂ ਦੇ ਨਾਲ ਤੇ ਚੁਗਲੀਆਂ ਕਰ ਨਹੀਂ ਸਕਦਾ, ਉਹਦੀ ਖੁਰਾਕ ਚੁਗਲੀਆਂ। ਫਿਰ ਉਹਨੂੰ ਸਾਥ ਚਾਹੀਦਾ ਹੁੰਦਾ, ਤੇ ਜਦੋਂ ਉਹਦਾ ਸਾਥੀ ਆ ਜਾਂਦਾ ਫਿਰ ਉਹਨੂੰ ਬਹੁਤ ਚਾਅ ਚੜ੍ਹਦਾ ਵੀ ਚਲੋ ਹੁਣ ਮੇਰਾ ਭੋਜਨ ਤਿਆਰ ਕਰਨ ਵਾਲਾ ਆ ਗਿਆ। ਫਿਰ ਬਹਿ ਜਾਂਦੇ ਨੇ, ਫਿਰ ਬਿਨਾਂ ਮਤਲਬ ਤੋਂ ਹੀ, ਕੋਈ ਪਤਾ ਨਹੀਂ ਉਹਨਾਂ ਨੇ ਕਿੱਧਰ ਦੀ ਕਿੱਧਰ ਤੇ ਕਿਹਦੀ ਚੁਗਲੀ, ਸਾਰੇ ਜਹਾਨ ਦੀਆਂ ਚੁਗਲੀਆਂ ਉਹਨਾਂ ਨੇ ਬਹਿ ਕੇ ਕਰ ਦੇਣੀਆਂ ਨੇ। ਸੋ ਇਸ ਤਰ੍ਹਾਂ ਚੁਗਲ ਨੂੰ ਵੇਖ ਕੇ ਦੂਜੇ ਚੁਗਲ ਨੂੰ ਬੜਾ ਚਾਅ ਚੜ੍ਹ ਜਾਂਦਾ ਹੈ। ਮਨ ਤਾਰੂਆਂ, ਤਾਰੂ ਤਾਰੂ ਤਾਰ ਤਰੰਦੇ। ਸੋ ਭਾਈ ਸਾਹਿਬ ਕਹਿੰਦੇ ਜਿਹੜੇ ਅਨ ਤਾਰੂਆਂ ਨੂੰ ਤੇ ਤਾਰੂ ਤਾਰੂ ਨਾਲ ਮਿਲ ਕੇ ਤਰਦੇ, ਭਾਵ ਤਾਰਦੇ ਹਨ। ਜਿਹੜੇ ਅਨ ਤਾਰੂ, ਉਹ ਅਨ ਤਾਰੂਆਂ ਦੇ ਨਾਲ, ਜਿਨ੍ਹਾਂ ਨੂੰ ਤਰਨਾ ਨਹੀਂ ਆਉਂਦਾ। ਸੋ ਇੱਥੇ ਪਾਠ ਅਨ ਤਾਰੂਆਂ। ਸੋ ਜਿਹੜੇ ਜਿਨ੍ਹਾਂ ਨੂੰ ਤਰਨਾ ਨਹੀਂ ਆਉਂਦਾ, ਉਹ ਉਹਨਾਂ ਦੇ ਨਾਲ, ਜਿਹਦਾ ਇੱਕ ਅਰਥ ਕਵਾਂ, ਕਈ ਵਾਰ ਕਿਸੇ ਨਹਿਰ ਦੇ ਕੰਢੇ ਦੇ ਉੱਤੇ, ਕਿਸੇ ਸਰੋਵਰ ਦੇ ਕੰਢੇ, ਕਿਸੇ ਨਦੀ ਦੇ ਕੰਢੇ ਦੇ ਉੱਤੇ ਦੇਖਿਓ ਪ੍ਰੈਕਟੀਕਲੀ ਤੌਰ 'ਤੇ, ਜਿਨ੍ਹਾਂ ਨੂੰ ਤਰਨਾ ਨਹੀਂ ਆਉਂਦਾ, ਉਹ ਭਾਵੇਂ ਬੱਚੇ ਵੀ ਹੋਣ, ਉਹ ਆਪਣੀ ਇੱਕ ਢਾਣੀ ਜਿਹੀ ਬਣਾ ਕੇ ਕਿਨਾਰੇ 'ਤੇ ਖੇਡਦੇ ਰਹਿੰਦੇ ਨੇ। ਪਾਣੀ 'ਚ ਵੜ ਗਏ, ਚੁੱਭੀ ਜੀ ਮਾਰ ਲਈ, ਬਾਹਰ ਆ ਗਏ। ਜਿਹੜੇ ਤਾਰੂ ਨੇ ਉਹਨਾਂ ਨਾਲ ਉਹਨਾਂ ਦਾ ਸਾਥ ਨਹੀਂ ਬਣਦਾ। ਉਹ ਕਿਉਂ ਨਹੀਂ ਬਣਦਾ? ਕਿਉਂਕਿ ਉਹ ਕਿਨਾਰੇ 'ਤੇ ਖੇਡਣ ਵਾਲੇ ਨੇ, ਤਾਰੂ ਨੇ ਮਾਰਨੀ ਛਾਲ, ਉਹ ਪਾਣੀ ਦੇ ਵਿੱਚ ਜਾ ਕੇ ਉਹਨੇ ਅਗਾਂਹ ਤੱਕ ਘੁੰਮ ਫਿਰ ਕੇ, ਪਤਾ ਨਹੀਂ ਉਹਨੇ ਇੱਥੇ ਚੁੱਭੀ ਮਾਰੀ ਤੇ ਅਗਾਂਹ ਨਿਕਲਣਾ। ਇਸ ਕਰਕੇ ਉਹ ਕਹਿੰਦੇ ਭਾਈ ਤੇਰੇ ਨਾਲ ਸਾਡਾ ਸਾਥ ਨਹੀਂ ਬਣੇਗਾ, ਤੂੰ ਤੈਰਾਕ ਹੈ, ਤੂੰ 8 ਖੇਲੀਆਂ ਕਰਨੀਆਂ ਨੇ, ਅਸੀਂ ਕਿਨਾਰੇ 'ਤੇ ਬਹਿ ਕੇ ਝੱਟ ਘੜੀ ਜਿਹੜਾ ਉਹ ਬਤੀਤ ਕਰਨਾ। ਸੋ ਇਸ ਤਰ੍ਹਾਂ ਅਨ ਤਾਰੂਆਂ ਨੂੰ ਅਨ ਤਾਰੂ, ਅਤੇ ਤਾਰੂ ਨੂੰ ਤਾਰੂ ਦੇ ਨਾਲ ਮਿਲ ਕੇ ਤਾਰਦੇ ਹਨ। ਫਿਰ ਦੂਜਾ, ਜਿਹੜੇ ਅਨ ਤਾਰੂ ਨੇ, ਜਿਹੜੇ ਤਾਰੂ ਨੇ, ਉਹਨਾਂ ਦੇ ਨਾਲ ਮਿਲ ਕੇ ਭਲੇ ਪੁਰਖ ਜਿਹੜੇ ਉਹਨਾਂ ਨੂੰ ਤਾਰ ਲੈਂਦੇ ਨੇ, ਉਹਨਾਂ ਨੂੰ ਤੈਰਨਾ ਸਿਖਾ ਦਿੰਦੇ ਨੇ। ਭਾਵ ਇੱਥੇ ਇਹ ਹੈ ਕਿ ਇਹਨਾਂ ਦਾ ਇੱਕ ਦੂਜੇ ਦੇ ਨਾਲ ਸਨੇਹ ਬਣਦਾ ਹੈ, ਤਾਰੂ ਦਾ ਤਾਰੂ ਨਾਲ, ਅਨ ਤਾਰੂ ਦਾ ਅਨ ਤਾਰੂ ਨਾਲ। ਦੂਸਰਾ, ਜਿਹੜੇ ਤੈਰਾਕ ਪੁਰਖ ਨੇ, ਉਹਨਾਂ ਦਾ ਅਣ ਤਾਰੂਆਂ ਨਾਲ ਵੀ ਸਨੇਹ ਬਣ ਜਾਂਦਾ ਹੈ, ਕਿਉਂਕਿ ਜਦੋਂ ਕੋਈ ਸਵਿਮਿੰਗ ਸਿੱਖਦਾ, ਹੁਣ ਉੱਥੇ ਜਿਹੜੇ ਪਰਫੈਕਟ ਤੈਰਾਕ ਹੁੰਦੇ ਨੇ, ਉਹਨਾਂ ਦਾ ਉਹਨਾਂ ਨਾਲ ਪਿਆਰ ਬਣਦਾ ਹੈ, ਤਾਂ ਹੀ ਉਹਨਾਂ ਨੂੰ ਤੈਰਾਕੀ ਸਿਖਾਉਂਦੇ ਨੇ, ਸਵਿਮਿੰਗ ਕਰਨੀ ਸਿਖਾਉਂਦੇ ਨੇ। ਸੋ ਇਹ ਸਾਰਾ ਦ੍ਰਿਸ਼ਟਾਂਤ ਦੇਖ ਕੇ ਫਿਰ ਭਾਈ ਸਾਹਿਬ ਕਹਿੰਦੇ ਦੁਖਿਆਰਿਆਂ ਮਿਲ ਮਿਲ ਆਪਣੇ ਦੁੱਖ ਰੋਵੰਦੇ। ਤੇ ਦੁਖੀਏ, ਦੁਖੀਆਂ ਨੂੰ ਮਿਲ ਮਿਲ ਕੇ ਆਪਣੇ ਦੁੱਖ ਜਿਹੜੇ ਨੇ ਉਹ ਰੋਂਦੇ ਰਹਿੰਦੇ ਨੇ। ਇੱਕ ਆਪਣੇ ਦੁੱਖ ਸੁਣਾਉਂਦਾ ਹੈ, ਬਾਅਦ 'ਚ ਦੂਜਾ ਆਪਣੇ ਦੁੱਖ ਸੁਣਾ ਦਿੰਦਾ, ਉਹ ਬਹਿ ਕੇ ਆਪਣੇ ਆਪਣੇ ਦੁੱਖੜੇ ਰੋਂਦੇ ਰਹਿੰਦੇ ਹਨ। ਸਾਧ ਸੰਗਤ ਗੁਰ ਸਿੱਖ ਵਸੰਦੇ।
ਤਾਂ ਭਾਈ ਸਾਹਿਬ ਜੀ ਕਹਿੰਦੇ ਸਾਧ ਸੰਗਤ ਵਿੱਚ ਗੁਰੂ ਦੇ ਸਿੱਖ ਵਸਦੇ ਨੇ। ਭਾਵ ਗੁਰਸਿੱਖਾਂ ਦਾ ਪਿਆਰ ਜਿਹੜਾ ਹੈ ਇਸ ਪੌੜੀ 'ਚ ਕਹਿੰਦੇ ਉਹ ਸਾਧ ਸੰਗਤ ਦੇ ਨਾਲ ਹੈ। ਅਮਲੀਆਂ ਦਾ ਅਮਲੀਆਂ ਨਾਲ, ਜੁਆਰੀਆਂ ਦਾ ਜੁਆਰੀਆਂ ਨਾਲ, ਵੇਕਾਰੀਆਂ ਦਾ ਵੇਕਾਰੀਆਂ, ਚੋਰ ਚੋਰਾਂ ਨਾਲ, ਠੱਗ ਠੱਗਾਂ ਨਾਲ, ਮਸਕਰੇ ਮਸਕਰਿਆਂ ਨਾਲ, ਚੁਗਲ ਚੁਗਲਾਂ ਦੇ ਨਾਲ, ਤਾਰੂ ਤਾਰੂਆਂ ਦੇ ਨਾਲ, ਦੁਖੀ ਦੁਖੀਆਂ ਦੇ ਨਾਲ, ਇਸ ਤਰ੍ਹਾਂ ਪ੍ਰੇਮ ਕਰਦੇ ਨੇ। ਪਰ ਇਹਨਾਂ ਸਾਰਿਆਂ ਦੀ ਉਦਾਹਰਨ ਦੇ ਕੇ ਅਖੀਰ ਕਹਿੰਦੇ ਨੇ ਕਿ ਗੁਰੂ ਕੇ ਸਿੱਖ ਜਿਹੜੇ ਹਨ ਉਹ ਸਾਧ ਸੰਗਤ ਦੇ ਵਿੱਚ ਵਸਦੇ ਤੇ ਸਾਧ ਸੰਗਤ ਨਾਲ ਪਿਆਰ ਕਰਦੇ ਹਨ। ਭਾਵ ਸਹਿਚਾਰੀਆਂ ਨੂੰ ਪਰਸਪਰ ਭੈ ਤੇ ਲਾਲਚ ਇੱਕ ਹੋਣ ਕਰਕੇ ਆਪੋ ਆਪਣੇ ਸਹਿਚਾਰ ਦੇ ਵਿੱਚ ਰਹਿੰਦੇ ਨੇ। ਸਹਿਚਾਰ ਜਿਨ੍ਹਾਂ ਨਾਲ ਪ੍ਰੇਮ ਬਣਿਆ ਹੋਵੇ, ਪਰ ਗੁਰਮੁਖਾਂ ਦਾ ਪ੍ਰੇਮ ਕਰਕੇ ਸਹਿਚਾਰ ਹੁੰਦਾ ਸਤ ਸੰਗਤ ਦੇ ਨਾਲ। ਸੋ ਇੱਕ ਫਰਕ ਹੋਰ ਅਗਲੀ ਪੌੜੀ 'ਚ ਦੱਸਦੇ ਨੇ। ਪੰਜਵੀਂ ਪੌੜੀ 'ਚ ਕਹਿੰਦੇ ਕੋਈ ਪੰਡਿਤ ਜੋਤਿਕੀ ਕੋ ਪਾਂਧਾ ਕੋ ਵੈਦ ਸਦਾਏ। ਕੋਈ ਪੰਡਿਤ ਹੈ, ਕੋਈ ਜੋਤਸ਼ੀ ਹੈ, ਕੋਈ ਪਾਂਧਾ ਹੈ। ਪੰਡਿਤ ਹੈ, ਪਾਂਧਾ ਪੜ੍ਹਨ ਵਾਲਾ, ਜਿਹੜੇ ਪੱਤਰੀ ਪੜ੍ਹਾਉਣ ਵਾਲੇ, ਜਿਵੇਂ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਪਾਂਧਾ ਪੜ੍ਹਾਉਣ ਆਇਆ ਸੀ। ਸੋ ਇਸ ਤਰ੍ਹਾਂ ਕੋਈ ਪਾਂਧਾ ਹੈ, ਕੋਈ ਆਪਣੇ ਆਪ ਨੂੰ ਵੈਦ ਸਦਾਉਂਦਾ ਹੈ। ਕੋਈ ਰਾਜਾ ਰਾਓ ਕੋ ਮਹਿਤਾ ਚੌਧਰੀ ਅਖਾਏ। ਕੋਈ ਰਾਜਾ ਅਖਾਉਂਦਾ ਹੈ, ਕੋਈ ਆਪਣੇ ਆਪ ਨੂੰ ਛੋਟਾ ਰਾਜਾ, ਕੋਈ ਵੱਡਾ ਰਾਜਾ ਅਖਵਾਉਂਦਾ ਹੈ। ਫਿਰ ਰਾਓ ਕੋਈ ਛੋਟਾ ਰਾਜਾ ਅਖਵਾਉਂਦਾ ਹੈ। ਕੋਈ ਮਹਿਤਾ ਭਾਵ ਕੇ ਪਟਵਾਰੀ ਅਖਵਾਉਂਦਾ ਆਪਣੇ ਆਪ ਨੂੰ, ਜਾਂ ਵੱਡਾ ਆਦਮੀ ਅਖਵਾਉਂਦਾ ਹੈ। ਕੋਈ ਚੌਧਰੀ ਅਖਾਉਂਦਾ ਆਪਣੇ ਆਪ ਨੂੰ। ਕੋਈ ਬਜਾਜ ਸਰਾਫ ਕੋ ਜੌਹਰੀ ਜੜਾਊ ਜੜਾਏ। ਕੋਈ ਆਪਣੇ ਆਪ ਨੂੰ ਬਜਾਜ, ਬਜਾਜੀ ਦਾ ਕੰਮ ਕਰਨ ਵਾਲੇ ਜਿਹੜੇ ਹਨ, ਬਾਜ਼ਾਰ ਦੇ ਵਿੱਚ ਕੱਪੜਾ ਵੇਚਣ ਵਾਲੇ। ਫਿਰ ਸਰਾਫ, ਜਿਹੜੇ ਸਰਾਫੇ ਦਾ ਕੰਮ ਕਰਦੇ ਨੇ, ਸੋ ਉਹ ਕੋਈ ਸਰਾਫੇ ਦਾ ਕੰਮ ਕਰਦਾ ਹੈ। ਕੋਈ ਜੌਹਰੀ ਹੈ, ਕੋਈ ਗਹਿਣਿਆਂ ਦੀ ਜੜਤ ਜੜਨ ਦਾ ਕੰਮ ਕਰਦਾ ਹੈ। ਇਹ ਸਾਰੇ ਫਿਰ ਆਪਣੇ ਆਪ ਨੂੰ ਇਸੇ ਤਰ੍ਹਾਂ ਹੀ ਅਖਵਾਉਂਦੇ ਹਨ। ਪਾਸਾਰੀ ਪਰਚੂਨੀਆਂ ਕੋਈ ਦਲਾਲੀ ਕਿਰਸ ਕਮਾਏ। ਫਿਰ ਕੋਈ ਪਸਾਰੀ ਦਾ ਕੰਮ ਕਰਦਾ ਹੈ, ਉਹਨੂੰ ਪਸਾਰੀ ਕਹਿ ਦਿੰਦੇ ਆ ਵੀ ਇਹ ਪਸਾਰੀ ਹੈ, ਹਾਲਾਂਕਿ ਉਹ ਪਸਾਰੀ ਦਾ ਸਿਰਫ ਕੰਮ ਕਰ ਰਿਹਾ। ਕੋਈ ਪਰਚੂਨ ਦਾ ਕੰਮ ਕਰਦਾ ਹੈ, ਭਾਵ ਛੋਟੀਆਂ ਦੁਕਾਨਾਂ, ਜਿਵੇਂ ਇੱਕ ਥੋਕ, ਇੱਕ ਪਰਚੂਨ, ਛੋਟੀਆਂ ਚੀਜ਼ਾਂ, ਛੋਟੇ ਲੈਵਲ 'ਤੇ ਚੀਜ਼ ਵੇਚਣੀ। ਇੱਕ ਥੋਕ ਦੇ ਵਿੱਚ ਜਿਵੇਂ ਆਪਾਂ ਹੋਲਸੇਲ ਸ਼ਬਦ ਕਹਿ ਦਿੰਦੇ ਹਾਂ। ਇੱਕ ਪਰਚੂਨ ਦੇ ਵਿੱਚ ਛੋਟੀਆਂ ਹੱਟੀਆਂ ਵਾਲੇ ਸਮਾਨ ਥੋੜ੍ਹਾ ਥੋੜ੍ਹਾ ਕਰਕੇ ਵੇਚਦੇ ਨੇ। ਕੋਈ ਦਲਾਲ ਹੈ ਤੇ ਆਪਣੀ ਕਿਰਤ ਕਰਦਾ ਹੈ, ਭਾਵ ਏਜੰਟ ਜਿਨ੍ਹਾਂ ਨੂੰ ਆਪਾਂ ਕਹਿ ਦਈਏ, ਸਾਰੀ ਦੁਨੀਆ 'ਚ ਨੇ। ਕਿਹੜਾ ਕੰਮ ਹੈ ਜਿਹਦੇ ਵਿੱਚ ਦਲਾਲ ਨਹੀਂ ਹੋਣਗੇ। ਸੋ ਇਸ ਤਰ੍ਹਾਂ ਕੋਈ ਦਲਾਲੀ ਕਰਕੇ ਆਪਣੀ ਕਿਰਤ ਕਮਾ ਰਿਹਾ। ਜਾਤ ਸਨਾਤ ਸਹੰਸ ਲੱਖ ਕਿਰਤ ਵਿਰਤ ਕਰ ਨਾਉ ਗਣਾਏ। ਸੋ ਕਿਰਤ ਵਿਰਤ ਕਰ ਭਾਵ ਉਪਜੀਵਕਾ ਕਰਕੇ, ਜਾਤ ਤੋਂ ਕੁਜਾਤ ਭਾਵ ਸ੍ਰੇਸ਼ਟ ਜਾਤ ਤੋਂ ਮਾੜੀ ਜਾਤ ਭਾਵ ਮਾੜੇ ਕੰਮ, ਹਜ਼ਾਰਾਂ ਲੱਖਾਂ ਕਿਰਤਾਂ ਤੇ ਕੰਮ, ਜਿਨ੍ਹਾਂ ਕਰਕੇ ਅੱਡੋ ਅੱਡ ਨਾਮ ਗਣਾਉਂਦੇ ਨੇ। ਇਹ ਜਾਤ ਕੋ ਜਾਤ ਗੁਰਮਤ ਅੰਦਰ ਨਹੀਂ, ਪਰ ਜੋ ਸੰਸਾਰ ਤੇ ਚੱਲਦਾ ਸੀ ਉਹਦੀ ਦਲੀਲ ਦਿੱਤੀ ਭਾਈ ਸਾਹਿਬ ਜੀ ਨੇ। ਕੋਈ ਉੱਚੀ ਜਾਤ ਵਾਲੇ, ਕੋਈ ਨੀਵੀਂ ਜਾਤ ਵਾਲੇ, ਫਿਰ ਵੱਖ-ਵੱਖ ਕੰਮ ਸੰਸਾਰ ਤੇ ਕਰਕੇ ਆਪਣੇ ਨਾਮ ਗਣਾਉਂਦੇ ਨੇ। ਭਾਵ ਜੋ ਕੋਈ ਕੰਮ ਕਰ ਰਿਹਾ, ਜੇ ਕੋਈ ਲੋਹੇ ਦਾ ਕੰਮ ਕਰ ਰਿਹਾ ਉਹਨੂੰ ਦੁਨੀਆ ਲੋਹਾਰ ਕਹਿਣ ਲੱਗ ਜਾਂਦੀ, ਸੋਨੇ ਦਾ ਕੰਮ ਕਰਦਾ ਉਹਨੂੰ ਸੁਨਾਰ ਕਹਿਣ ਲੱਗ ਜਾਂਦੀ, ਬਜਾਜ ਦਾ ਕੰਮ ਕਰਦਾ ਉਹਨੂੰ ਬਜਾਜੀ ਕਹਿਣ ਲੱਗ ਜਾਂਦੇ ਨੇ। ਸੋ ਇਸ ਤਰ੍ਹਾਂ ਤਾਂ ਭਾਈ ਸਾਹਿਬ ਅਖੀਰ ਕਹਿੰਦੇ ਸਾਧ ਸੰਗਤ ਗੁਰ ਸਿੱਖ ਮਿਲ ਆਸਾ ਵਿੱਚ ਨਿਰਾਸ ਵਲਾਏ। ਵਲਾਏ ਦਾ ਅਰਥ ਹੈ ਦਿਨ ਕੱਟੀ ਕਰਨਾ। ਜਿਹੜਾ ਗੁਰਮੁਖ ਹੈ, ਗੁਰੂ ਦੇ ਸਿੱਖ ਜਿਹੜੇ ਨੇ, ਉਹ ਸਾਧ ਸੰਗਤ ਵਿੱਚ ਮਿਲ ਕੇ ਆਸਾ ਦੇ ਵਿੱਚ ਨਿਰਾਸ ਰਹਿ ਕੇ ਆਪਣੀ ਅਵਸਥਾ ਦੇ ਦਿਨ ਜਿਹੜੇ ਉਹ ਬਤੀਤ ਕਰਦੇ। ਭਾਵ ਅੰਦਰ ਗੁਰੂ ਕੇ ਮਿਲਣ ਦੀ ਆਸਾ ਹੈ, ਪਰ ਸੰਸਾਰ ਦੇ ਵਿੱਚ ਨਿਰਾਸ਼ ਰਹਿੰਦੇ ਨੇ। ਭਾਵ ਸੰਸਾਰ ਨੂੰ ਨਾਸ਼ਵਣ ਸਮਝਦੇ ਹਨ, ਸੰਸਾਰ ਨੂੰ ਕੂੜ ਦਾ ਪਸਾਰਾ ਸਮਝ ਕੇ, ਇਹ ਹੱਥ ਨਾ ਆਉਣ ਵਾਲਾ ਸਮਝ ਕੇ ਇਹਦੇ ਤੋਂ ਨਿਰਾਸ਼ ਹੁੰਦੇ, ਉਦਾਸ ਰਹਿੰਦੇ ਹਨ। ਭਾਵ ਸੋ ਇਸ ਤਰ੍ਹਾਂ ਆਪਣੇ ਜੀਵਨ ਦੇ ਦਿਨ ਬਤੀਤ ਕਰਦੇ ਹਨ। ਸ਼ਬਦ ਸੁਰਤ ਲਿਵ ਅਲਖ ਲਖਾਏ। ਅਖੀਰ ਸਮਾਪਤੀ ਕਰਦੇ ਹਾਂ ਇਸ ਪੌੜੀ ਦੀ। ਪੰਜਵੀਂ ਪੌੜੀ 'ਚ ਭਾਈ ਸਾਹਿਬ ਕਹਿੰਦੇ ਸ਼ਬਦ ਅਤੇ ਸੁਰਤ ਦੇ ਵਿੱਚ ਲਿਵ ਲਾ ਕੇ ਅਲਖ ਪਰਮਾਤਮਾ ਨੂੰ ਲਖਾਏ, ਲਖਦੇ ਹਨ, ਜਾਣਦੇ ਹਨ, ਮੰਨਦੇ ਹਨ। ਸੋ ਇਸ ਤਰ੍ਹਾਂ ਭਾਈ ਸਾਹਿਬ ਜੀ ਨੇ ਇਹਨਾਂ 5 ਪੌੜੀਆਂ ਦੇ ਵਿੱਚ ਗੁਰਮੁਖਾਂ ਦਾ ਜੀਵਨ, ਫਿਰ ਜਿਹੜੇ ਸਹਿਚਾਰੀ ਹਨ, ਸਹਿਚਾਰੀ ਦਾ ਅਰਥ ਹੈ ਜਿਨ੍ਹਾਂ ਦੇ ਨਾਲ ਸਹਿਜ ਬਣ ਜਾਂਦਾ ਹੈ। ਜਿਸ ਤਰ੍ਹਾਂ ਦਾ ਸੰਗ, ਜਿਵੇਂ ਬੱਚੇ ਦਾ ਬੱਚੇ ਨਾਲ ਸੰਗ ਹੈ, ਜਿਹਨੂੰ ਬਾਣੀ ਅੰਦਰ ਸਾਹਿਬ ਕਹਿੰਦੇ ਉੱਡਤੇ ਕਉ ਉੱਡਤਾ ਮਿਲੈ, ਉੱਡਦਿਆਂ ਦਾ ਉੱਡਦਿਆਂ ਨਾਲ ਸੰਗ ਹੈ।
ਮਰਿਆਂ ਦਾ ਮਰਿਆਂ ਨਾਲ ਸੰਗ ਹੈ, ਜੀਵਤੇ ਕਉ ਜੀਵਤ ਮਿਲੈ, ਸੋ ਜਿਉਂਦਿਆਂ ਦਾ ਜਿਉਂਦਿਆਂ ਨਾਲ ਸੰਗ ਹੈ, ਪਸ਼ੂਆਂ ਦਾ ਪਸ਼ੂਆਂ ਨਾਲ ਸੰਗ ਹੈ। ਸੋ ਇਸ ਤਰ੍ਹਾਂ ਸਹਿਚਾਰ ਦੀਆਂ ਉਦਾਹਰਨਾਂ ਦੇ ਕੇ ਭਾਈ ਸਾਹਿਬ ਜੀ ਨੇ ਸਮਝਾਇਆ ਗੁਰਸਿੱਖਾਂ ਦਾ ਗੁਰਮੁਖਾਂ ਦਾ ਸੰਗ ਜਿਹੜਾ ਉਹ ਸਾਧ ਸੰਗਤ ਦੇ ਨਾਲ ਹੈ। ਭਾਵ ਹੋਰ ਲੋਕ ਜੋ ਇਹ ਸਾਰੀ ਪੌੜੀ ਦੇ ਵਿੱਚ 5ਵੀਂ ਪੌੜੀ ਦੇ ਵਿੱਚ ਗਿਣੇ ਹਨ, ਪੰਡਿਤ, ਜੋਤਸ਼ੀ, ਪਾਂਧਾ, ਰਾਜਾ, ਛੋਟਾ ਰਾਓ, ਪਟਵਾਰੀ, ਚੌਧਰੀ, ਬਜਾਜ, ਸਰਾਫ, ਜੌਹਰੀ, ਫਿਰ ਪਸਾਰੀ, ਪਰਚੂਨ ਦਾ ਕੰਮ ਕਰਨ ਵਾਲੇ, ਦਲਾਲੀਆਂ ਕਰਨ ਵਾਲੇ, ਇਹ ਸਾਰਿਆਂ ਦੀ ਜਿੰਨੀ ਵੀ ਸਾਂਝ ਜਿਹੜੀ ਭਾਈ ਸਾਹਿਬ ਨੇ ਗਿਣੀ, ਇਹ ਸਭ ਸਾਂਝੀ ਆਸ ਹੈ। ਇਹ ਸਾਰੇ ਕਿਰਤ ਜਾਂ ਬਿਰਤ ਕਰਕੇ ਸਹਿਚਾਰੀ ਹਨ ਇੱਕ ਦੂਜੇ ਤੇ। ਵਪਾਰੀ ਦਲਾਲਾਂ ਦੀ ਦਲਾਲਾਂ ਨਾਲ ਸਹਿਚਾਰੀ ਹੁੰਦੀ ਹੈ, ਪਰ ਇਹਨਾਂ ਦਾ ਮੇਲ ਦਾ ਕਾਰਨ ਸਾਂਝੀ ਆਸ ਹੈ। ਪਰ ਗੁਰਮੁਖ ਜਿਹੜੇ ਨੇ ਉਹ ਆਪੇ ਭਾਵ ਦੇ ਵਿੱਚ ਰਹਿੰਦੇ ਨੇ ਤੇ ਨਿਰਾਸ਼ ਹੋ ਕਰਕੇ ਭਾਵ ਆਪਣੇ ਹਿਰਦੇ ਸਰੂਪ ਵਿੱਚ ਰਹਿੰਦੇ, ਨਿਰਾਸ਼ ਘਰ ਦੇ ਵਿੱਚ ਉਹ ਇਕੱਠੇ ਹੁੰਦੇ ਹਨ। ਭਾਵ ਸੰਸਾਰ ਦੇ ਅੰਦਰ ਉਹ ਉਦਾਸੀ ਧਾਰਨ ਕਰਦੇ ਨੇ, ਸੰਸਾਰ ਨੂੰ ਨਾਸ਼ ਬਣ ਜਾਣਦੇ ਹਨ। ਸੋ ਇੱਥੇ 5ਵੀਂ ਪਾਵਨ ਵਾਰ ਦੀਆਂ 5 ਪੌੜੀਆਂ ਆਪਾਂ ਸਰਵਣ ਕੀਤੀਆਂ ਨੇ। ਹੋਈਆਂ ਬੇਅੰਤ ਭੁੱਲਾਂ ਦੀ ਖਿਮਾ, ਹਜੂਰ ਦਾਤਾਰ ਪਾਤਸ਼ਾਹ ਕਿਰਪਾ ਕਰਨ, ਸਮੱਤ ਦੀ ਦਾਤ ਬਖਸ਼ ਕੇ ਨਿਵਾਜਣਾ ਕਰਨ। ਅਰਦਾਸ ਕਰੋ ਮਾਲਕ ਸਤਿਗੁਰੂ ਇਸ ਮਹਾਨ ਕਾਰਜ ਨੂੰ ਆਪ ਸਿਰਾਂ ਤੇ ਮਿਹਰ ਦਾ ਹੱਥ ਰੱਖ ਕੇ ਇਸ ਪਾਵਨ ਰਚਨਾ ਦੀ ਪਾਵਨ ਵਿਚਾਰ ਆਪ ਵਿੱਚ ਵਰਤ ਕੇ ਕਰਵਾ ਲੈਣ। ਸੋ ਗਰੀਬ ਨਵਾਜ ਸਾਹਿਬ ਅਸੀਸਾਂ ਬਖਸ਼ਿਸ਼ ਕਰਨ। ਸਾਧ ਸੰਗਤ ਗੁਰ ਸਿੱਖ ਮੇਲ, ਆਸਾ ਵਿੱਚ ਨਿਰਾਸ ਵਲਾਏ, ਸ਼ਬਦ ਸੁਰਤ ਲਿਵ ਅਲਖ ਲਖਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।